ਹਾਂਜੀ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਰੀਟ ਪੰਜਾਬੀ ਦੀ ਜਮਾਤ ਦੇ ਵਿੱਚ। ਅੱਜ ਆਪਾਂ ਜਿਹੜਾ ਟੌਪਿਕ ਹੈ ਉਹ ਕਾਲ ਦੀ ਗੱਲ ਕਰਾਂਗੇ। ਕਾਲ ਦੇ ਕਈ ਮਾਇਨੇ ਹੈ ਨਾ, ਕਈ ਅਰਥ ਨਿਕਲਦੇ ਆ। ਜਿਵੇਂ ਕਾਲ ਦੇ ਆਪਾਂ ਕਾਲ ਮੌਤ ਵਾਸਤੇ ਵੀ ਸ਼ਬਦ ਵਰਤ ਲੈਂਦੇ ਹਾਂ, ਅਤੇ ਕਾਲ ਜੀ ਫਲਾਨੀ ਥਾਂ 'ਤੇ ਅਕਾਲ ਪੈ ਗਿਆ, ਉਹਦੇ ਵਾਸਤੇ ਵੀ ਕਾਲ ਪੈ ਗਿਆ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਆਪਾਂ। ਪਰ ਵਿਆਕਰਣ ਦੀ ਦ੍ਰਿਸ਼ਟੀ ਤੋਂ ਕਾਲ ਕਿਹਾ ਜਾਂਦਾ ਸਮੇਂ ਨੂੰ। ਕਾਲ ਦੇ ਨਾਲ ਸੰਬੰਧਿਤ ਪ੍ਰਸ਼ਨ ਬਿਲਕੁਲ ਪੁੱਛਿਆ ਜਾਂਦਾ ਦੇ ਰੀਟ ਦੇ ਵਿੱਚ ਹਮੇਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੁੱਛਿਆ ਜਾਂਦਾ ਰਹੂਗਾ। ਸੋ ਨੋ ਡਾਊਟ ਆਪਾਂ ਇਸ ਟੌਪਿਕ ਨੂੰ ਕਲੀਅਰ ਕਰੀਏ। ਸਭ ਤੋਂ ਪਹਿਲਾਂ ਨਾ ਮੈਂ 2-4 ਤੁਹਾਡੇ ਨਾਲ ਇਹਦੇ ਬਾਰੇ ਗੱਲਾਂ ਕਲੀਅਰ ਕਰਾਂ। ਇੱਕ ਤਾਂ ਵਿਦਿਆਰਥੀ ਸਭ ਤੋਂ ਪਹਿਲਾਂ ਜਿਹੜੇ ਕਾਲ ਦੇ ਸੰਬੰਧੀ ਜਿਹੜੀਆਂ ਕਾਮਨ ਗੱਲਾਂ ਉਹਨਾਂ ਦੀ ਬਜਾਏ ਕੀ ਕਰਦੇ ਆ ਕਿ ਕਾਲ ਦੀ ਅੱਗੇ ਮਤਲਬ ਵਰਤਮਾਨ ਕਾਲ, ਭੂਤ ਕਾਲ, ਭਵਿੱਖਤ ਕਾਲ, ਇਹਨਾਂ ਦੀ ਅੱਗੇ ਵੰਡ ਦਾ ਵੇਖਣ ਲੱਗ ਜਾਂਦੇ ਆ, ਅੱਗੇ ਜਿਹੜੇ ਇਹਨਾਂ ਦੇ ਪ੍ਰਕਾਰ ਦਾ। ਪਰ ਇੰਨਾ ਆਪਾਂ ਮਤਲਬ ਇੰਨਾ ਕਰਨ ਦੀ ਜ਼ਰੂਰਤ ਨਹੀਂ ਹੈ। ਅਗਰ ਸਧਾਰਨ ਤੁਸੀਂ ਸ਼ਬਦਾਵਲੀ ਨੂੰ ਜਾਣਦੇ ਹੋ ਤਾਂ ਆਸਾਨੀ ਦੇ ਨਾਲ ਇਹ ਪ੍ਰਸ਼ਨ ਤੁਹਾਡਾ ਹੱਲ ਹੋ ਜਾਊਗਾ। ਦੇਖੋ ਕਿਵੇਂ। ਹਾਂਜੀ, ਸਭ ਤੋਂ ਪਹਿਲਾਂ ਤਾਂ ਗੱਲ ਧਿਆਨ ਰੱਖਿਓ, ਵਿਆਕਰਣ ਅਨੁਸਾਰ ਸਮੇਂ ਨੂੰ ਕਾਲ ਆਖਦੇ ਹਨ, ਕਿਉਂਕਿ ਸਧਾਰਨ ਗੱਲ ਹੈ ਆਪਣੇ ਵਾਸਤੇ, ਪਰ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਜਿਹੜੇ ਕਨਸੈਪਟ ਨੇ ਉਹ ਬਹੁਤ ਜ਼ਰੂਰੀ ਹੈ ਕਲੀਅਰ ਕਰਨੇ, ਅਤੇ ਪਰਿਭਾਸ਼ਾ ਕਨਸੈਪਟ ਦੇ ਵਿੱਚੋਂ ਇੱਕ ਹੈ। ਜਿਸ ਸਮੇਂ ਵਿੱਚ ਕਿਰਿਆ ਦਾ ਕੋਈ ਕੰਮ ਹੁੰਦਾ ਹੈ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜੀ ਕਾਲ। ਕਿਰਿਆ ਦਾ ਕੰਮ ਕਿਹੜੇ ਸਮੇਂ ਹੋਇਆ, ਕੀ ਭੂਤਕਾਲ ਦੇ ਵਿੱਚ ਹੋਇਆ, ਕੀ ਵਰਤਮਾਨ ਕਾਲ ਦੇ ਵਿੱਚ ਹੋਇਆ, ਜਾਂ ਭਵਿੱਖਤ ਕਾਲ ਦੇ ਵਿੱਚ ਹੋਇਆ, ਆਪਾਂ ਉਹਨੂੰ ਕੀ ਕਹਿ ਦਿੰਦੇ ਹਾਂ ਜੀ ਕਾਲ, ਸਮਾਂ। ਹਾਂਜੀ, ਕਾਲ ਰੂਪ ਆ ਜਿਹੜੇ ਦੇਖੋ ਕਿਹੜੇ ਕਿਹੜੇ ਆ। ਵਾਕ ਵਿੱਚ ਕਾਲ ਜਾਂ ਸਮੇਂ ਨੂੰ ਦਰਸਾਉਣ ਵੇਲੇ ਕਿਰਿਆ ਦੀ ਅਵਸਥਾ ਕਦੀ ਤਾਂ ਕਿਰਿਆ ਹੁੰਦੀ ਹੈ ਨਿਸ਼ਚਿਤ, ਕਦੀ ਹੋ ਜਾਂਦੀ ਹੈ ਜੀ ਅਨਿਸ਼ਚਿਤ, ਕਦੀ ਪੂਰਨ, ਕਦੀ ਅਪੂਰਨ ਹੋ ਜਾਂਦੀ ਹੈ। ਜੇ ਬਸ ਕਿਰਿਆ ਦੀ ਅਵਸਥਾ ਦੇ ਅਨੁਸਾਰ ਉਸ ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ ਹੈ। ਕਾਲ ਰੂਪ ਉਸੇ ਨੂੰ ਕਹਿੰਦੇ ਆ ਵੀ ਮੰਨ ਲਓ ਕਿਰਿਆ ਦੀ ਕੋਈ ਵੀ ਅਵਸਥਾ ਚਾਹੇ, ਕਿਉਂਕਿ ਹੋ ਸਕਦਾ ਹੈ ਮਤਲਬ ਜਿਹੜੀ ਆਪਾਂ ਕਿਰਿਆ ਕੀਤੀ ਆ ਉਹ ਕੰਮ ਚੱਲ ਰਿਹਾ ਹੈ, ਜਾਂ ਪੂਰਾ ਹੋ ਗਿਆ, ਜਾਂ ਪੂਰਾ ਹੋਣ ਵਾਲਾ ਹੈ, ਜਾਂ ਸ਼ੁਰੂ ਕਰਨਾ ਹੈ। ਸੋ ਇਹ ਸਾਰੀ ਅਵਸਥਾ ਇਸ ਦੇ ਆਧਾਰ 'ਤੇ ਇਸ ਨੂੰ ਕਾਲ ਰੂਪ ਕਿਹਾ ਜਾਂਦਾ ਹੈ। ਕਾਲ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ, ਕੋਈ ਦਿੱਕਤ ਨਹੀਂ ਜੀ। ਜਿਹੜਾ ਭੂਤਕਾਲ ਹੈ ਸਾਡਾ ਉਹ ਬੀਤ ਚੁੱਕਿਆ ਸਮਾਂ, ਜਿਹੜਾ ਵਰਤਮਾਨ ਸਮਾਂ ਹੋਣ ਦਾ ਸਮਾਂ, ਜਿਹੜਾ ਭਵਿੱਖਤ ਕਾਲ ਹੈ ਉਹ ਹੈਗਾ ਜੀ ਸਾਡਾ ਆਉਣ ਵਾਲਾ ਸਮਾਂ। ਜਿਹੜਾ ਦੇਖੋ ਜੀ ਬੀਤ ਚੁੱਕੇ ਸਮੇਂ 'ਤੇ ਕਹਿੰਦੇ ਵੀ ਰੋਣਾ ਨਹੀਂ ਚਾਹੀਦਾ ਬੰਦੇ ਨੂੰ, ਇਸ ਕਰਕੇ ਜੋ ਬੀਤ ਗਿਆ ਸਮਾਂ ਬਸ ਬੀਤ ਗਿਆ ਜੀ। ਹੁਣ ਆਪਾਂ ਆਪਣੇ ਜਿਹੜੇ ਵਰਤਮਾਨ ਸਮੇਂ ਦੇ ਆਪਾਂ ਅਕੋਰਡਿੰਗ ਚੱਲਣਾ। ਹਾਂਜੀ, ਭੂਤਕਾਲ ਬੀਤੇ ਸਮੇਂ ਨੂੰ ਕਿਹਾ ਜਾਂਦਾ ਹੈ ਜੀ ਭੂਤਕਾਲ। ਸ਼ਾਇਦ ਤਾਂ ਹੀ ਤਾਂ ਜਿਹੜਾ ਬੰਦਾ ਕਹਿੰਦਾ ਨਾ, ਕੋਈ ਬੰਦਾ ਵੀ ਮੈਨੂੰ ਜੀ ਭੂਤ ਦਿਸਦੇ ਆ, ਭੂਤ ਦਿਸਣ ਦਾ ਕਾਰਨ ਹੀ ਇਹ ਆ, ਜਿਹੜਾ ਬੰਦਾ ਪਾਸਟ ਦੇ ਵਿੱਚ ਆਪਣੀ ਲਾਈਫ ਜਿਉਂਦਾ ਹੈ ਭੂਤਕਾਲ ਦੇ ਵਿੱਚ, ਤਾਂ ਉਸ ਦੀ ਜ਼ਿੰਦਗੀ ਭੂਤ ਵਰਗੀ ਹੋ ਜਾਂਦੀ ਹੈ ਸੱਚੀ। ਇਸ ਕਰਕੇ ਜਿਹੜਾ ਭੂਤਕਾਲ ਦੇ ਵਿੱਚ ਜੋ ਹੋ ਗਿਆ ਉਸ ਨੂੰ ਭੁੱਲ ਕੇ ਵਰਤਮਾਨ ਦੇ ਵਿੱਚ ਜੀਣਾ ਸ਼ੁਰੂ ਕਰੋ ਅਤੇ ਭਵਿੱਖਤ ਨੂੰ ਦੇਖਣਾ ਸ਼ੁਰੂ ਕਰੋ। ਬਸ ਇਹੀ ਲਾਈਫ ਹੈ। ਹਾਂਜੀ, ਦੇਖੋ ਜੀ ਭੂਤਕਾਲ ਦੀਆਂ ਕੁਝ ਉਦਾਹਰਨਾਂ। ਇਸ ਵਿੱਚ ਕਿਰਿਆ ਦਾ ਕੰਮ ਬੀਤਾ ਸਮਾਂ, ਬੀਤਿਆ ਹੋਇਆ, ਉਸ ਨੂੰ ਪੰਜਾਬੀ ਦੇ ਵਿੱਚ ਬੀਤਾ ਸਮਾਂ ਕਿਹਾ ਜਾਂਦਾ ਵੀ ਸਮਾਂ ਜਿਹੜਾ ਬੀਤ ਗਿਆ, ਗੁਜ਼ਰ ਗਿਆ, ਗੁਜ਼ਰਿਆ ਹੋਇਆ ਸਮਾਂ, ਉਸ ਨੂੰ ਕਿਹਾ ਜਾਂਦਾ ਹੈ ਭੂਤਕਾਲ। ਕਿਰਿਆ ਰੂਪਾਂ ਦੇ ਆਧਾਰ 'ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਜਿਹੜੀ ਕਿਰਿਆ ਰੂਪ ਹੈ ਇਹ ਭੂਤਕਾਲ ਦੇ ਨਾਲ ਸੰਬੰਧਿਤ ਹੈ, ਜਾਂ ਵਰਤਮਾਨ ਕਾਲ ਦੇ ਨਾਲ, ਜਾਂ ਭਵਿੱਖਤ ਕਾਲ ਦੇ ਨਾਲ। ਜਿਵੇਂ ਮੈਂ ਲੇਖ ਲਿਖਿਆ, ਤੁਸੀਂ ਸਬਕ ਪੜ੍ਹਿਆ। ਸਬਕ ਦਾ ਮਤਲਬ ਹੁੰਦਾ ਪਾਠ। ਸਬਕ ਦੇ ਵੀ ਕਈ ਅਰਥ ਨਿਕਲਦੇ ਆ। ਇੱਕ ਸਬਕ ਦਾ ਮਤਲਬ ਹੁੰਦਾ ਪਾਠ, ਜਿਹੜਾ ਆਪਾਂ ਪਾਠ ਪੁਸਤਕ ਦੇ ਵਿੱਚੋਂ ਪੜ੍ਹਦੇ ਹਾਂ। ਇੱਕ ਹੁੰਦਾ ਕਿਸੇ ਨੂੰ ਸਬਕ ਸਿਖਾਉਣਾ, ਇਹ ਵੀ ਹੁੰਦਾ ਇੱਕ ਮੁਹਾਵਰਾ, ਸਬਕ ਸਿਖਾਉਣਾ। ਉਹ ਰੋਟੀ ਖਾਂਦਾ ਸੀ। ਸੋ ਇਹਨਾਂ ਵਾਕਾਂ ਦੀ ਜਿਹੜੇ ਕਿਰਿਆ ਰੂਪ ਹੈ ਨਾ, ਇਹਨਾਂ ਵਾਕਾਂ ਦੇ ਮਗਰ ਲੇਖ ਲਿਖਿਆ, ਪੜ੍ਹਿਆ, ਖਾਂਦਾ ਸੀ। ਸੋ ਇਹ ਸੀ, ਪੜ੍ਹਿਆ, ਲਿਖਿਆ, ਇਹਨਾਂ ਕਿਰਿਆ ਰੂਪਾਂ 'ਤੇ ਸਾਨੂੰ ਪਤਾ ਲੱਗਦਾ ਵੀ ਇਹ ਜਿਹੜਾ ਕਾਲ ਹੈ ਸਾਡਾ ਇਹ ਭੂਤਕਾਲ ਹੈ। ਠੀਕ ਹੈ ਜੀ, ਬਿਲਕੁਲ ਪਤਾ ਲੱਗਦਾ ਹੈ ਜੀ। ਭੂਤਕਾਲ ਦੇ ਦੇਖੋ ਜੀ ਹੇਠ ਲਿਖੇ ਰੂਪ ਹਨ। ਦੇਖੋ ਮੈਂ ਜਿਹੜੇ ਰੀਟ ਦੇ ਵਿਦਿਆਰਥੀ ਹੈ ਨਾ ਖਾਸ ਕਰਕੇ, ਹਾਲਾਂਕਿ ਇਹ ਜਿਹੜੀ ਵੀਡੀਓ ਆ ਉਹ ਸੀ-ਟੈਟ ਵਾਲਿਆਂ ਵਾਸਤੇ ਵੀ ਹੈ, ਪੀ-ਐਸ-ਟੈਟ ਵਾਲਿਆਂ ਵਾਸਤੇ ਵੀ ਹੈ, ਰੀਟ ਵਾਲਿਆਂ ਵਾਸਤੇ ਵੀ ਹੈ,
ਪਰ ਜਿਹੜੇ ਵਿਦਿਆਰਥੀ ਖਾਸ ਕਰਕੇ ਰੀਟ ਵਾਲੇ ਆ ਉਹ ਇਸ ਗੱਲ ਨੂੰ ਧਿਆਨ ਦੇਣ। ਤੁਸੀਂ ਦੇਖ ਲਿਓ ਕਦੇ ਵੀ ਪ੍ਰਸ਼ਨ ਇਸ ਤਰ੍ਹਾਂ ਦਾ ਵੀ ਇਹ ਆ ਜਿਹੜਾ ਜੀ ਕਿਹੜਾ ਕਾਲ ਹੈ, ਇਹ ਨਿਸ਼ਚਿਤ ਭੂਤਕਾਲ ਹੈ ਜਾਂ ਨਿਸ਼ਚਿਤ ਭੂਤਕਾਲ ਹੈ, ਜਾਂ ਇਹ ਪੂਰਨ ਵਰਤਮਾਨ ਹੈ ਜਾਂ ਪੂਰਨ ਚਾਲੂ ਵਰਤਮਾਨ ਕਾਲ ਹੈ। ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹਨ ਉਹ ਸੀਟੈਟ ਦੇ ਵਿੱਚ ਜ਼ਰੂਰ ਪੁੱਛੇ ਜਾਂਦੇ ਆ, ਪਰ ਰੀਟ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਨਹੀਂ ਪੁੱਛਿਆ ਜਾਂਦਾ। ਇਸ ਕਰਕੇ ਜਿਹੜੀ ਕਾਲ ਦੀ ਸਧਾਰਨ ਅਵਸਥਾ ਹੈ ਆਪਾਂ ਉਹੀ ਪੜ੍ਹਨੀ ਬਸ। ਅਨਿਸ਼ਚਿਤ ਭੂਤਕਾਲ ਦੇ ਵਿੱਚ ਦੇਖੋ ਕੀ ਹੁੰਦਾ, ਜਦੋਂ ਕੰਮ ਬੀਤੇ ਸਮੇਂ ਵਿੱਚ ਹੋਇਆ ਹੋਵੇ, ਪਰ ਕਦੋਂ ਹੋਇਆ ਹੋਵੇ ਜਾਂ ਹੋਏ ਵੇ ਕੰਮ ਨੂੰ ਕਿੰਨਾ ਸਮਾਂ ਹੋ ਗਿਆ, ਇਸ ਗੱਲ ਦਾ ਆਪਾਂ ਨੂੰ ਨਾ ਪਤਾ ਲੱਗੇ। ਕੰਮ ਹੋਇਆ ਕਦੋਂ ਜਾਂ ਹੋਏ ਦਾ ਕਿੰਨਾ ਸਮਾਂ ਹੋਇਆ, ਉਸ ਬਾਰੇ ਜਦੋਂ ਸਾਡੀ ਅਨਿਸ਼ਚਿਤਤਾ ਹੋਵੇ। ਰੁਕੋ ਇੱਕ ਸੋਹਣਾ ਜਿਹਾ ਰੰਗ ਲੈਣ ਦਿਓ ਮੈਨੂੰ ਪਹਿਲਾਂ, ਪਿਆਰਾ ਜਿਹਾ। ਹਾਂ ਹੁਣ ਠੀਕ ਹੈ। ਹਾਂਜੀ, ਇਹ ਨਿਸ਼ਚਿਤ ਉਦੋਂ ਹੁੰਦਾ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਵੀ ਕੰਮ ਕਦੋਂ ਪੂਰਾ ਹੋਇਆ ਜਾਂ ਅੱਗੇ ਕੀ ਆ, ਜਾਂ ਹੋਏ ਕੰਮ ਨੂੰ ਕਿੰਨਾ ਸਮਾਂ ਹੋਇਆ, ਇਸ ਗੱਲ ਦਾ ਪਤਾ ਹੀ ਨਹੀਂ। ਮਤਲਬ ਇਸ ਕੰਮ ਦੇ ਪੂਰਾ ਹੋਣ ਬਾਰੇ ਸਾਨੂੰ ਅਨਿਸ਼ਚਿਤਤਾ ਹੈ, ਪਰ ਨਾਲ ਕਾਲ ਕਿਹੜਾ ਦਿੱਤਾ ਹੋਇਆ, ਭੂਤਕਾਲ। ਦੇਖਦੇ ਹਾਂ ਉਦਾਹਰਣ। ਮੈਂ ਗੰਗਾ ਨਗਰੋਂ ਆਇਆ, ਮਤਲਬ ਗੰਗਾ ਨਗਰ ਤੋਂ ਸੰਬੰਧ ਸੂਚਕ ਪਿਛੇਤਰ ਸ਼ਬਦ ਯੂਜ ਕੀਤਾ। ਮੈਂ ਗੰਗਾ ਨਗਰੋਂ ਵੀ ਲਿਖਿਆ ਜਾਂਦਾ ਹੈ ਤੇ ਗੰਗਾ ਨਗਰ ਤੋਂ ਵੀ ਲਿਖਿਆ ਜਾਂਦਾ ਹੈ, ਸੰਬੰਧ ਸੂਚਕ ਪਿਛੇਤਰ। ਮੈਂ ਗੰਗਾ ਨਗਰੋਂ ਆਇਆ, ਹੁਣ ਆਇਆ ਸ਼ਬਦ ਤੋਂ ਤਾਂ ਪਤਾ ਲੱਗਦਾ ਹੈ ਆਪਾਂ ਨੂੰ, ਆਇਆ, ਪੜ੍ਹਿਆ, ਖੇਡੀ, ਬੁਲਾਇਆ, ਕਿਹਾ, ਕੀਤੀ, ਪੱਠੇ ਵੱਢੇ। ਸੋ ਇਹ ਜਿਹੜੀ ਕਿਰਿਆ ਰੂਪ ਮਗਰ ਦਿੱਤੇ ਹੋਇਆ, ਇਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਇਹ ਹੈ ਤਾਂ ਭੂਤਕਾਲ। ਪਰ ਅੱਗੇ ਜੇ ਆਪਾਂ ਜਾਣਨਾ ਹੋਵੇ ਵੀ ਅੱਗੇ ਇਹ ਭੂਤਕਾਲ ਦੀ ਕਿਹੜੀ ਅਵਸਥਾ ਹੈ, ਉਹਦੇ ਵਿੱਚ ਆਪਾਂ ਕੀ ਕਰਨਾ। ਦੇਖੋ ਹੁਣ ਇਹਦੇ ਵਿੱਚ ਆਪਾਂ ਬਸ ਇਸ ਨੂੰ ਕੀ ਹੈ ਵੀ ਇਹਦੇ ਅਰਥਾਂ ਤੇ ਜਾਣਾ ਸਿੱਧਾ, ਵੀ ਮੈਂ ਗੰਗਾ ਨਗਰੋਂ ਆਇਆ, ਵੀ ਮੈਂ ਆਇਆ ਗੰਗਾ ਨਗਰੋਂ, ਪਰ ਇਹਦੇ ਵਿੱਚ ਸਮਾਂ ਮੈਂਸ਼ਨ ਨਹੀਂ ਕੀਤਾ ਹੋਇਆ ਵੀ ਮੈਂ ਕਦੋਂ ਆਇਆ ਜਾਂ ਮੈਨੂੰ ਆਏ ਨੂੰ ਕਿੰਨਾ ਸਮਾਂ ਹੋ ਗਿਆ। ਬਸ ਨੋਰਮਲ ਵੀ ਮੈਂ ਗੰਗਾ ਨਗਰੋਂ ਆਇਆ ਜਾਂ ਗੰਗਾ ਨਗਰ ਤੋਂ ਆਇਆ। ਅਗਲਾ ਉਦਾਹਰਣ ਦੇਖੋ, ਉਸਨੇ ਅਖਬਾਰ ਪੜ੍ਹਿਆ, ਕੋਈ ਸਮਾਂ ਨਹੀਂ ਦਿੱਤਾ ਵੀ ਕਦੋਂ ਪੜ੍ਹਿਆ, ਪੜ੍ਹੇ ਨੂੰ ਕਿੰਨਾ ਸਮਾਂ ਹੋ ਗਿਆ। ਇਵੇਂ ਹੀ ਹੈ ਨਾ, ਦੇਖ ਰਹੇ ਹੋ ਤੁਸੀਂ ਉਦਾਹਰਣ। ਇਹ ਸਾਰੀਆਂ ਉਦਾਹਰਣਾਂ ਦੇ ਵਿੱਚ ਅਨਿਸ਼ਚਿਤ ਭੂਤਕਾਲ ਹੈ। ਆ ਸਾਰੀਆਂ ਉਦਾਹਰਣਾਂ ਜਿਹੜੀਆਂ ਤੁਹਾਡੇ ਬਿਲਕੁਲ ਕੰਮ ਦੀਆਂ। ਪਹਿਲਾਂ ਤਾਂ ਇਹਨਾਂ ਉਦਾਹਰਣਾਂ ਦਾ ਤੁਸੀਂ ਇਹ ਧਿਆਨ ਰੱਖਿਓ ਵੀ ਇਹ ਭੂਤਕਾਲ ਦੇ ਨਾਲ ਸੰਬੰਧਿਤ ਹੈ। ਖਾਸ ਕਰਕੇ ਲਾਸਟ ਵਾਲੀ ਜਿਹੜੀ, ਰਾਜੂ ਖੇਤ ਵਿੱਚ ਗਿਆ ਅਤੇ ਉਸਨੇ ਪੱਠੇ ਵੱਢੇ, ਸੋ ਇਹ ਭੂਤਕਾਲ ਦੀ ਕਿਰਿਆ। ਸਧਾਰਨ ਭੂਤਕਾਲ ਕਿਵੇਂ ਦਾ ਹੁੰਦਾ, ਦੇਖੋ ਜੀ, ਜ਼ਿਆਦਾਤਰ ਉਹ ਹੁੰਦਾ ਜਿਹਦੇ ਮਗਰ ਜਿਸ ਦੇ ਅੰਤ ਵਿੱਚ ਜਿਹੜੀ ਸਹਾਇਕ ਕਿਰਿਆ ਉਹ ਹੋਵੇ ਸੀ, ਸਾਂ, ਸਨ, ਸੈ ਆਦਿ ਕਾਲ ਰੂਪਾਂ ਦੀ ਵਰਤੋਂ ਕੀਤੀ ਗਈ ਹੋਵੇ। ਇਸ ਕਿਰਿਆ ਰੂਪ ਦੀ ਵਰਤੋਂ ਜਦੋਂ ਕੀਤੀ ਹੋਵੇ ਜ਼ਿਆਦਾਤਰ, ਉਸ ਨੂੰ ਆਪਾਂ ਸਧਾਰਨ ਭੂਤਕਾਲ ਕਹਿੰਦੇ। ਜਿਵੇਂ ਮੈਂ ਪੜ੍ਹਦਾ ਸੀ, ਸਕੂਲ ਜਾਂਦੇ ਸੀ, ਮੈਂ ਸਕੂਲ ਦੇ ਮੈਦਾਨ ਵਿੱਚ ਖੇਡਦਾ ਸਾਂ ਜਾਂ ਖੇਡਦਾ ਸੀ, ਉਹ ਸਾਰਾ ਦਿਨ ਮਿਹਨਤ ਕਰਦੇ ਸਨ। ਜਦੋਂ ਬਹੁਵਚਨ ਰੂਪ ਆ ਜੇ ਤਾਂ ਉਦੋਂ ਸਨ ਸ਼ਬਦ ਲੱਗਦਾ। ਤੂੰ ਮੇਲੇ ਜਾਂਦੀ ਸੈਂ ਜਾਂ ਜਾਂਦੀ ਸੀ, ਦੋਨੇ ਹੀ ਸਹੀ ਹੈ। ਸੋ ਇਹਨਾਂ ਵਾਕਾਂ ਦੇ ਵਿੱਚ ਤੁਸੀਂ ਦੇਖਿਆ ਵੀ ਜਿਨ੍ਹਾਂ ਦੇ ਮਗਰ ਸੀ, ਸੈਂ, ਸਨ, ਸਾਂ ਇਹ ਸ਼ਬਦ ਲੱਗੇ ਹੋਏ ਆ, ਇਹ ਕਿਰਿਆ ਰੂਪ ਲੱਗੇ ਹੋਏ ਆ, ਉਹਨਾਂ ਨੂੰ ਆਪਾਂ ਸਧਾਰਨ ਭੂਤਕਾਲ ਦੇ ਵਿੱਚ ਰੱਖਦੇ ਹਾਂ। ਵੈਸੇ ਵੀ ਜਿਹੜੀ ਸਹਾਇਕ ਕਿਰਿਆ ਸੀ ਹੈ ਤਾਂ ਉਹ ਹੈ ਜਿਹੜੀ ਸੀ, ਸਾ, ਸਨ, ਇਹ ਭੂਤਕਾਲ ਦੇ ਨਾਲ ਹੀ ਸੰਬੰਧਿਤ ਹੈ। ਕਾਮਨ ਜੀ ਗੱਲ ਹੈ, ਨੋਰਮਲ ਹੈ। ਅੱਗੇ ਇਹ ਰੂਪ ਹੈਗਾ ਸਧਾਰਨ ਭੂਤਕਾਲ ਦਾ। ਇਹਨਾਂ ਦੇ ਵਿੱਚ ਵੀ ਬਣ ਜਾਂਦਾ ਹੁੰਦਾ, ਦੇਖ ਲਓ, ਮੈਂ ਗੰਗਾ ਨਗਰੋਂ ਆਇਆ ਸੀ, ਇਹਨਾਂ ਦੇ ਵਿੱਚ ਵੀ ਬਣ ਜਾਂਦਾ, ਉਸਨੇ ਅਖਬਾਰ ਪੜ੍ਹਿਆ ਸੀ। ਇਹ ਸਧਾਰਨ ਅਵਸਥਾ ਬਸ ਨੋਰਮਲ ਆ। ਹਾਲਾਂਕਿ ਇਸ ਚੀਜ਼ ਦਾ ਕੋਈ ਰੂਲ ਨਹੀਂ ਹੈ, ਕੋਈ ਆਧਾਰ ਨਹੀਂ ਹੈ, ਬਸ ਵੈਸੇ ਹੀ ਅਵਸਥਾਵਾਂ ਯਾਦ ਰੱਖ ਲਿਓ। ਕੁਦਰਤੀ ਕਿਤੇ ਤੁਸੀਂ ਸੀਟੈਟ ਦਾ ਕੋਈ ਪੇਪਰ ਦੇਣ ਜਾਓ ਤਾਂ ਉਹਦੇ ਵਿੱਚ ਤੁਹਾਡਾ ਇਹ ਪ੍ਰਸ਼ਨ ਸਹੀ ਹੋ ਜੇ, ਹੈ ਨਾ। ਇਹਦਾ ਕਰਕੇ ਬਸ ਥੋੜ੍ਹੀਆਂ ਜਿਹੀਆਂ ਅਵਸਥਾਵਾਂ ਦਾ ਧਿਆਨ ਰੱਖਣਾ। ਸਧਾਰਨ ਭੂਤਕਾਲ ਦੇ ਵਿੱਚ ਸੀ ਸ਼ਬਦ ਦੀ ਵਰਤੋਂ ਜ਼ਿਆਦਾ, ਸੀ, ਸਾਂ, ਸਨ ਇਹ ਜਿਹੜੇ ਹੈਗੇ ਆ ਕਿਰਿਆ ਰੂਪ ਸਧਾਰਨ ਭੂਤਕਾਲ ਦੇ ਵਿੱਚ ਵਰਤੇ ਜਾਂਦੇ ਆ। ਅਪੂਰਨ ਚਾਲੂ ਭੂਤਕਾਲ ਦੇਖੋ ਜੀ ਕੀ ਹੁੰਦਾ। ਅਪੂਰਨ ਚਾਲੂ ਭੂਤਕਾਲ, ਚਾਲੂ ਦਾ ਮਤਲਬ ਜਾਰੀ, ਮਤਲਬ ਜਾਰੀ ਹੋ ਰਿਹਾ ਕੰਮ, ਤੇ ਕੰਮ ਹਜੇ ਅਪੂਰਨ ਹੈ। ਇਹਨਾਂ ਦੀ ਜਿਹੜੀ ਨਾਮ ਲਿਖੇ ਹੈ ਨਾ, ਕਈ ਵਾਰੀ ਕੀ ਹੈ, ਬਸ ਥੋੜ੍ਹਾ ਜਿਹਾ ਸਾਇੰਸ ਲਾਈਏ ਨਾ ਆਪਾਂ
ਤੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ। ਬਸ ਨਾਮ ਸ਼ਬਦਾਂ ਦੀ ਖੇਡ ਆ ਸਾਰੀ। ਮੈਂ ਤੁਹਾਨੂੰ ਕਹਿੰਦਾ ਹੁੰਦਾ ਸਾਰੀ ਸ਼ਬਦਾਵਲੀ ਦੀ ਖੇਡ ਆ। 2 ਸ਼ਬਦ ਦਿੱਤੇ ਆ ਭੂਤਕਾਲ ਸ਼ਬਦ ਤੋਂ ਪਹਿਲਾਂ 2 ਸ਼ਬਦ, ਇੱਕ ਆਪੂਰਨ, ਇੱਕ ਚਾਲੂ। ਚਾਲੂ ਦਾ ਮਤਲਬ ਹੈ ਵੀ ਜਾਰੀ ਹੈ ਕੰਮ। ਬਿਲਕੁਲ ਜੀ ਠੀਕ ਹੈ। ਇੱਕ ਗੱਲ ਹੋ ਗਈ ਵੀ ਕੰਮ ਜਾਰੀ ਹੈ ਜੀ, ਕੰਮ ਚੱਲ ਰਿਹਾ ਹੈ, ਠੀਕ ਹੈ। ਆਪੂਰਨ ਦਾ ਮਤਲਬ ਵੀ ਅਗਰ ਜਾਰੀ ਹੈ ਤਾਂ ਪੂਰਾ ਨਹੀਂ ਹੋਇਆ, ਹਜੇ ਪੂਰਾ ਨਹੀਂ ਹੋਇਆ, ਠੀਕ ਹੈ ਜੀ। ਹੁਣ ਦੇਖੋ ਜੀ ਆ ਗਈ ਸਮਝ। 2 ਸ਼ਬਦਾਵਲੀ ਹੈ, 2 ਸ਼ਬਦ ਦਿੱਤੇ ਹੋਏ ਆ ਬਸ। ਦੋਨਾਂ ਦੇ ਵਿੱਚੋਂ ਤੁਸੀਂ ਦੇਖ ਲਓ। ਇੱਕ ਦੇ ਵਿੱਚ ਚਾਲੂ ਦਾ ਮਤਲਬ ਵੀ ਜਾਰੀ ਹੈ ਜੀ ਕੰਮ, ਤੇ ਆਪੂਰਨ ਦੇ ਵਿੱਚ ਪੂਰਾ ਨਹੀਂ ਹੋਇਆ। ਹੁਣ ਦੇਖ ਲਓ ਤੁਸੀਂ, ਅਸੀਂ ਪੜ੍ਹ ਰਹੇ ਸੀ, ਉਹ ਸਕੂਲ ਜਾ ਰਿਹਾ ਸੀ, ਮੈਂ ਗੰਗਾ ਨਗਰੋਂ ਆ ਰਿਹਾ ਸੀ, ਉਹ ਲੜਾਈ ਕਰ ਰਹੇ ਸਨ, ਰਹੇ ਸੀ, ਰਿਹਾ ਸੀ, ਰਹੇ ਸਨ। ਇਹ ਸਾਰੀ ਸ਼ਬਦਾਵਲੀ ਆਪੂਰਨ ਚਾਲੂ ਭੂਤਕਾਲ ਦੀ ਹੈ। ਹੁਣ ਦੇਖ ਲਓ ਕਿਵੇਂ ਵੀ ਪਹਿਲੀ ਉਦਾਹਰਣ ਤੋਂ ਹੀ ਆਪਾਂ ਸਮਝ ਲਈਏ। ਇੱਕ ਹੀ ਉਦਾਹਰਣ ਤੋਂ, ਅਸੀਂ ਪੜ੍ਹ ਰਹੇ ਸੀ, ਮਤਲਬ ਕਿਰਿਆ ਸੀ ਜਿਹੜਾ ਸਹਾਇਕ ਕਿਰਿਆ, ਉਹ ਤੋਂ ਪਤਾ ਲੱਗਦਾ ਵੀ ਇਹ ਭੂਤਕਾਲ ਦਾ। ਅੱਛਾ ਠੀਕ ਹੈ ਜੀ। ਦੂਸਰੀ ਗੱਲ, ਉਹਨੇ ਕਿਹਾ ਵੀ ਇਹ ਕੰਮ ਹੈ ਜਿਹੜਾ ਇਹ ਚਾਲੂ ਹੈ, ਵੀ ਅਜੇ ਜਾਰੀ ਹੈ। ਅਸੀਂ ਪੜ੍ਹ ਰਹੇ ਮਤਲਬ ਪੜ੍ਹ ਰਹੇ ਸੀ, ਕਿਰਿਆ ਜਾਰੀ ਹੈ। ਆਪੂਰਨ ਹੈ ਵੀ ਅੱਗੇ ਪੂਰਾ ਨਹੀਂ ਹੋਇਆ, ਅਸੀਂ ਪੜ੍ਹ ਰਹੇ ਸੀ। ਪੜ੍ਹਨਾ ਕਦੋਂ ਖ਼ਤਮ ਕੀਤਾ ਇਹ ਕੋਈ ਪਤਾ ਨਹੀਂ। ਸਕੂਲ ਜਾਣਾ, ਸਕੂਲ ਕਦੋਂ ਪਹੁੰਚਿਆ ਇੱਥੇ ਮੈਂਸ਼ਨ ਨਹੀਂ ਕੀਤਾ ਹੋਇਆ। ਗੰਗਾ ਨਗਰੋਂ ਆ ਰਿਹਾ ਸੀ ਤੇ ਗੰਗਾ ਨਗਰੋਂ ਆ ਕਦੋਂ ਗਿਆ ਨਹੀਂ ਮੈਂਸ਼ਨ ਕੀਤਾ। ਇਹਨੂੰ ਕਿਹਾ ਜਾਂਦਾ ਆਪੂਰਨ। ਉਹ ਲੜਾਈ ਕਰ ਰਹੇ ਸਨ, ਲੜਾਈ ਕਿੰਨਾ ਚਿਰ ਚੱਲਦੀ ਰਹੀ, ਕਿੰਨਾ ਚਿਰ ਡਾਂਗਾ ਸੁੱਟੀਆਂ ਚੱਲਦੀਆਂ ਰਹੀਆਂ ਕੋਈ ਪਤਾ ਨਹੀਂ, ਹੈ ਨਾ। ਸੋ ਇਹਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਆਪੂਰਨ ਚਾਲੂ 2 ਸ਼ਬਦ ਦਿੱਤੇ ਆ ਭੂਤਕਾਲ। ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਮੈਂਸ਼ਨ ਕਰਦਾ ਵੀ ਦਿੱਤਾ ਹੋਵੇ, ਹੋ ਸਕਦਾ ਕਿਸੇ ਵਿਆਕਰਣ ਦੇ ਵਿੱਚ ਜੀ ਭੂਤਕਾਲ ਦੇ ਅੱਗੇ ਇੰਨੇ ਪ੍ਰਕਾਰ ਹੈ, ਜੀ ਵਰਤਮਾਨ ਕਾਲ ਦੇ ਇੰਨੇ ਪ੍ਰਕਾਰ ਹੈ, ਜੀ ਭਵਿੱਖਤ ਕਾਲ ਦੇ ਇੰਨੇ ਪ੍ਰਕਾਰ ਹੈ। ਇਸ ਤਰ੍ਹਾਂ ਦਾ ਪ੍ਰਸ਼ਨ ਨਹੀਂ ਬਣਦਾ ਕਿਉਂਕਿ ਇਹਨਾਂ ਦੇ ਅੱਗੇ ਪ੍ਰਕਾਰ ਨਿਸ਼ਚਿਤ ਨਹੀਂ ਹਨ। ਇਹ ਗੱਲ ਨੋਟ ਕਰ ਲਓ, ਇਹ ਗੱਲ ਲਿਖ ਲਓ। ਇਸ ਤਰ੍ਹਾਂ ਦਾ ਕੋਈ ਪ੍ਰਸ਼ਨ ਨਹੀਂ ਬਣਦਾ ਗਾ ਵੀ ਇਹ ਜੀ ਅੱਗੇ ਕਿੰਨੇ ਪ੍ਰਕਾਰ ਆ, ਨਾ ਬਿਲਕੁਲ ਨਹੀਂ। ਵਿਆਕਰਣਕਾਰਾਂ ਨੇ ਆਪਣੇ ਹਿਸਾਬ ਨਾਲ, ਆਪਣੇ ਦਿਮਾਗ ਜਿੰਨੇ ਕੁ ਉਹਨਾਂ ਦੇ ਚੱਲੀ ਗਏ ਉਸ ਹਿਸਾਬ ਨਾਲ ਬਣਾਈ ਗਏ ਉਹ, ਬਸ ਕੋਈ ਦਿੱਕਤ ਨਹੀਂ। ਦੇਖ ਲਿਓ ਤੁਸੀਂ ਅੱਗੇ ਆਪ ਕਨਫਿਊਜ਼ ਹੋ ਜਾਓਗੇ। ਇਸ ਤਰ੍ਹਾਂ ਦੇ ਪ੍ਰਕਾਰ ਬਣਾਤੇ ਕਈ ਵਾਰੀ, ਵਿਚਾਰੇ ਕਾਲ ਦਾ ਜਲੂਸ ਕੱਢਤਾ। ਹਾਂਜੀ, ਨਿਸ਼ਚਿਤ ਪੂਰਨ ਭੂਤਕਾਲ ਆ ਗਿਆ ਜੀ, ਜਾਂ ਪੂਰਨ ਭੂਤਕਾਲ ਵੀ ਕਿਹਾ ਜਾਂਦਾ ਹੈ। ਨਿਸ਼ਚਿਤ ਪੂਰਨ ਭੂਤਕਾਲ ਜਾਂ ਪੂਰਨ ਭੂਤਕਾਲ, ਪਹਿਲੇ 'ਚ ਆਪੂਰਨ ਚਾਲੂ ਭੂਤਕਾਲ। ਹੁਣ ਇੱਥੇ ਕੀ ਹੋਇਆ, ਜਿਵੇਂ ਹੀ ਸ਼ਬਦ ਨਿਸ਼ਚਿਤ ਆਊਗਾ ਨਾਲ ਪੂਰਨ ਆ ਜਾਊਗਾ, ਕਿਉਂਕਿ ਨਿਸ਼ਚਿਤ ਹੋ ਗਿਆ ਵੀ ਕੰਮ ਹੋ ਚੁੱਕਿਆ ਤਾਂ ਹੋ ਚੁੱਕੇ ਵਾਸਤੇ ਪੂਰਨ ਸ਼ਬਦ। ਪੂਰਨ ਮਤਲਬ ਪੂਰਾ, ਇੱਕ ਪੂਰਨ ਭਗਤ ਹੋਇਆ ਤੇ ਇੱਕ ਪੂਰਾ, ਪੂਰਾ ਹੋ ਗਿਆ ਜੀ ਕੰਮ। ਕੰਮ ਬੀਤੇ ਸਮੇਂ ਵਿੱਚ ਢੇਰ ਚਿਰ ਕਾਫੀ ਸਮਾਂ ਪਹਿਲਾਂ ਹੋ ਚੁੱਕਿਆ ਹੈ। ਤਾਂ ਦੇਖੋ ਜੀ ਉਹ ਗੰਗਾ ਨਗਰ ਜਾ ਚੁੱਕਿਆ ਸੀ, ਕਾਫੀ ਸਮਾਂ ਹੋ ਗਿਆ। ਇਹ ਨਿਸ਼ਚਿਤ ਹੈ ਵੀ ਉਹ ਜਾ ਚੁੱਕਿਆ ਸੀ ਉੱਥੇ, ਤੇ ਇਹ ਭੂਤਕਾਲ ਦੀ ਕਿਰਿਆ ਰੂਪ ਦਿੱਤੀ ਹੈ। ਕੰਮ ਪੂਰਾ ਹੋ ਚੁੱਕਿਆ ਹੈ, ਬੰਦਾ ਗੰਗਾ ਨਗਰ ਪਹੁੰਚ ਗਿਆ ਹੈ। ਮੈਂ ਅੱਜ ਸਵੇਰੇ ਹੀ ਚਲਾ ਗਿਆ ਸੀ, ਮਤਲਬ ਜਾਣ ਦੀ ਕਿਰਿਆ ਖਤਮ ਹੋ ਚੁੱਕੀ ਹੈ ਤੇ ਬੰਦਾ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਵੀ ਗਿਆ ਹੈ। ਉਹਨਾਂ ਨੇ ਲੜਾਈ ਕਰ ਲਈ ਸੀ ਜਾਂ ਉਹ ਲੜਾਈ ਕਰ ਚੁੱਕੇ ਸਨ, ਮਤਲਬ ਇੱਥੇ ਉਹਨਾਂ ਨੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ ਸਨ। ਠੀਕ ਹੈ, ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਕਿਰਿਆ ਦਾ ਜਿਹੜਾ ਕੰਮ ਆ ਉਹ ਪੂਰਾ ਹੋ ਚੁੱਕਿਆ। ਤੇ ਇਸ ਤੋਂ ਬਾਅਦ ਅਗਲਾ ਵੀ ਤੁਸੀਂ ਆਪਣੇ ਦਿਮਾਗ ਨਾਲ ਸੈਂਸ ਲਾ ਸਕਦੇ ਹੋ ਵੀ ਜਦੋਂ ਸਿਰ ਪਾੜਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਹੋ ਸਕਦਾ ਐਂਬੂਲੈਂਸ ਚੁੱਕ ਕੇ ਲੈ ਗਈ ਸੀ। ਠੀਕ ਹੈ, ਹਾਂਜੀ। ਸ਼ਰਤੀ ਭੂਤਕਾਲ ਆ ਗਿਆ। ਸ਼ਰਤੀ, ਸ਼ਰਤ ਲਾਉਣੀ, ਹਾਂਜੀ ਸ਼ਰਤ ਹੋਵੇ। ਇੱਕ ਤਾਂ ਹੁੰਦੀ ਹੈ ਸ਼ਰਤ ਲਾਉਣੀ, ਇੱਕ ਹੁੰਦੀ ਹੈ ਕੰਡੀਸ਼ਨ ਵੀ ਲਓ ਜੀ ਆਹ ਸ਼ਰਤਾਂ ਆਪਾਂ ਪੜ੍ਹਦੇ ਹਾਂ ਨਾ कि राष्ट्रपति के लिए कौन सी शर्तें चाहिए, वैसे ही एक शर्त है भी भूतकाल हैगा तो है पर ये शर्त की है, कंडीशन की है। देखते हैं क्रिया के जिस रूप से पता लगे भी काम बीते समय में किसी शर्त ते होना सी, किसी स्थिति ते होना सी, किसी कंडीशन ते होना सी। वो कंडीशन लागू होई नहीं, काम होया नहीं। हाँ जी, देखो किवें, जे मैं आउंदा तां काम हो जाना सी, हाय जे मैं किते पढ़दा तां रीट च सिलैक्शन हो जाना सी। काश
ਜੇ ਮੈਂ ਆਉਂਦਾ ਤਾਂ ਕੰਮ ਹੋ ਜਾਣਾ ਸੀ। ਦੇਖੋ ਜੀ ਸ਼ਰਤ ਸੀਗੀ ਕਾਹਦੀ, ਕੰਡੀਸ਼ਨ ਕੀ ਸੀ ਆਉਣ ਦੀ, ਆਇਆ ਨਹੀਂ ਤੇ ਕੰਮ ਹੋਇਆ ਨਹੀਂ, ਹੈ ਨਾ। ਵੀ ਕੰਡੀਸ਼ਨ ਕੀ ਸੀ ਵੀ ਆਊਗਾ ਪਰ ਆਇਆ ਨਹੀਂ ਜਦੋਂ, ਤੇ ਕੰਮ ਪੂਰਾ ਹੋਇਆ ਨਹੀਂ। ਜੇ ਉਹ ਲੜਾਈ ਕਰਦਾ ਤਾਂ ਜ਼ਰੂਰ ਤਬਾਹ ਹੋ ਜਾਂਦਾ, ਜੇ ਉਹ ਪੜ੍ਹਦੀ ਤਾਂ ਨੌਕਰੀ ਲੱਗ ਜਾਂਦੀ। ਇਹ ਮਤਲਬ ਕਿਸੇ ਵਿਸ਼ੇਸ਼ ਬੰਦੇ ਵਾਸਤੇ ਨਹੀਂ ਮੈਂਸ਼ਨ ਕੀਤਾ ਹੋਇਆ, ਸੋ ਇਸ ਗੱਲ 'ਤੇ ਤੁਸੀਂ ਧਿਆਨ ਨਹੀਂ ਦੇਣਾ ਵੀ ਕੌਣ ਕਿਹਦੀ ਗੱਲ ਕੀਤੀ ਹੈ, ਬਸ ਸਿਰਫ ਉਦਾਹਰਣ ਸਮਝਣਾ ਵੀ ਜੇ ਉਹ ਪੜ੍ਹਦੀ ਤਾਂ ਨੌਕਰੀ ਲੱਗ ਜਾਂਦੀ। ਤੁਸੀਂ ਆਪਣੇ ਵਾਸਤੇ ਵੀ ਕਹਿ ਸਕਦੇ ਹੋ ਕਿ ਜੇ ਮੈਂ ਪੜ੍ਹਦੀ ਜਾਂ ਪੜ੍ਹਦਾ ਤਾਂ ਨੌਕਰੀ ਲੱਗ ਜਾਂਦਾ, ਹਾਲਾਂਕਿ ਇਹ ਕਹਿਣ ਵਾਲੀ ਗੱਲ ਨਹੀਂ ਗੀ। ਹਾਂਜੀ, ਇੱਥੇ ਸ਼ਰਤ ਦੀ ਗੱਲ ਕਰ ਰਹੇ ਹਾਂ ਆਪਾਂ, ਮਤਲਬ ਕੰਡੀਸ਼ਨ, CON ਕੰਡੀਸ਼ਨ, TION, ਮਾੜੀ ਮੋਟੀ ਅੰਗਰੇਜ਼ੀ ਆਉਂਦੀ ਆ ਮੈਨੂੰ। ਹਾਂਜੀ, ਜੇ ਉਹ ਪੜ੍ਹਦੀ ਤਾਂ ਨੌਕਰੀ ਲੱਗ ਜਾਂਦੀ। ਹੁਣ ਕੀ ਸੀ ਕੰਡੀਸ਼ਨ, ਨੌਕਰੀ ਲੱਗਣ ਵਾਸਤੇ ਕੰਡੀਸ਼ਨ ਕੀ ਸੀ, ਪੜ੍ਹਨ ਦੀ। ਪੜ੍ਹੀ ਨਹੀਂ, ਵਾਲ ਸਵਾਰਦੀ ਰਹੀ ਤੇ ਵਿਚਾਰੀ ਨੌਕਰੀ ਨਹੀਂ ਲੱਗ ਸਕੀ। ਹਾਂਜੀ, ਅੱਗੇ ਚੱਲੋ। ਵਰਤਮਾਨ ਕਾਲ ਦੀ ਆਪਾਂ ਗੱਲ ਕਰੀਏ ਜੀ, ਚਾਲੂ ਸਮੇਂ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ। ਜੋ ਸਮਾਂ ਵਰਤਮਾਨ ਦੇ ਵਿੱਚ ਚੱਲ ਰਿਹਾ ਹੈ, ਚਾਲੂ ਮਤਲਬ ਚੱਲ ਰਿਹਾ ਹੈ। ਹਾਂਜੀ, ਇਸ ਤੋਂ ਪਤਾ ਚੱਲਦਾ ਹੈ ਕਿ ਕੰਮ ਹੋਣ ਦਾ ਸੰਬੰਧ ਅਜੋਕੇ ਜਾਂ ਵਰਤਮਾਨ ਸਮੇਂ ਨਾਲ ਹੈ। ਅਜੋਕਾ ਮਤਲਬ ਅੱਜ ਦਾ ਸਮਾਂ ਕਿਹੜਾ ਹੈ ਜੀ, ਵਰਤਮਾਨ ਹੈ ਜੀ। ਅਜੋਕੇ ਦਾ ਸ਼ਾਬਦਿਕ ਅਰਥ ਅੱਜ ਦਾ ਜਾਂ ਵਰਤਮਾਨ ਹੁੰਦਾ ਹੈ। ਸਧਾਰਨ ਜੀ ਗੱਲ ਹੈ, ਮੈਂ ਲਿਖਦਾ ਹਾਂ ਉਹ ਸਬਕ ਪੜ੍ਹਦੀ ਹੈ, ਉਹ ਰੋਟੀ ਖਾ ਰਿਹਾ ਹੈ। ਸੋ ਨੋ ਡਾਊਟ ਇਹ ਹੈ ਜਿਹੜੇ ਉਹ ਰੋਟੀ ਖਾਂਦਾ ਹੈ ਜਾਂ ਖਾ ਰਿਹਾ ਹੈ, ਦੋਨੋਂ ਹੀ ਜਿਹੜੇ ਵਰਤਮਾਨ ਕਾਲ ਦੇ ਵਿੱਚ ਹੈ। ਅੱਗੇ ਦੇਖੋ ਜੀ, ਮੈਂ ਆਪ ਹੀ ਲਿਖਿਆ ਇੱਥੇ ਵਰਤਮਾਨ ਕਾਲ ਦੇ 6 ਰੂਪ ਹਨ। ਹਾਲਾਂਕਿ ਵਿਆਕਰਣਕਾਰਾਂ ਨੇ ਜਿਵੇਂ ਲਿਖਿਆ ਸੋ ਮੈਂ ਵੀ ਤੁਹਾਨੂੰ ਉਵੇਂ ਹੀ ਦੱਸਣਾ ਸੀਗਾ ਵੀ ਵਰਤਮਾਨ ਕਾਲ ਦੇ ਜੀ 6 ਰੂਪ ਹਨ। ਦੇਖ ਲਓ, ਭੂਤਕਾਲ ਦਾ ਮੈਂ ਉੱਤੇ ਕੋਈ ਨਹੀਂ ਲਿਖਿਆ ਕਿਉਂਕਿ ਵਿਆਕਰਣਕਾਰਾਂ ਨੇ ਮੈਂਸ਼ਨ ਨਹੀਂ ਕੀਤਾ, ਪਰ ਇੱਥੇ ਇਸ ਦੇ ਮੈਂਸ਼ਨ ਕੀਤੇ, ਸੋ ਮੈਂ ਲਿਖਤਾ ਵੀ 6 ਰੂਪ ਹਨ। ਸਧਾਰਨ ਵਰਤਮਾਨ ਕਾਲ, ਜਾਂ ਇਸ ਨੂੰ ਕਿਹਾ ਜਾਂਦਾ ਜੀ ਅਨਿਸ਼ਚਿਤ ਵਰਤਮਾਨ ਕਾਲ। ਅਨਿਸ਼ਚਿਤ ਭੂਤਕਾਲ ਇੱਕ ਆਪਾਂ ਪੜ੍ਹਿਆ ਸੀਗਾ, ਅਨਿਸ਼ਚਿਤ ਭੂਤਕਾਲ, ਤੇ ਬਸ ਇੱਥੇ ਕੀ ਹੈ, ਅਨਿਸ਼ਚਿਤ ਵਰਤਮਾਨ ਕਾਲ ਹੈ। ਸਧਾਰਨ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਹੈ ਜਿਹੜਾ ਉਹ ਵਰਤਮਾਨ ਸਮੇਂ ਦੇ ਵਿੱਚ ਹੁੰਦਾ ਹੈ ਤੇ ਰੋਜ਼ ਹੁੰਦਾ ਹੈ। ਨੋ ਡਾਊਟ ਵੀ ਮਤਲਬ ਕੋਈ ਕੰਮ ਇਸ ਤਰ੍ਹਾਂ ਦਾ ਹੈ ਜਿਹੜਾ ਰੋਜ਼ ਸਾਡੀ ਕਿਰਿਆ ਦੇ ਵਿੱਚ ਹੈ, ਬਸ ਉਹਦਾ ਕੋਈ ਸਮਾਂ ਨਹੀਂ ਮੈਂਸ਼ਨ ਕੀਤਾ, ਬਸ ਹੁੰਦਾ ਹੈ ਜੀ ਕੰਮ। ਦੇਖ ਲਓ, ਮੈਂ ਕਿਤਾਬ ਪੜ੍ਹਦਾ ਹਾਂ, ਮਤਲਬ ਪੜ੍ਹਨ ਦਾ ਕੋਈ ਸਮਾਂ ਕੋਈ ਨਿਸ਼ਚਿਤ ਨਹੀਂ ਹੈ, ਇਸ ਕਰਕੇ ਇਹਨੂੰ ਸਧਾਰਨ ਜਾਂ ਅਨਿਸ਼ਚਿਤ ਵਰਤਮਾਨ ਕਿਹਾ ਜਾਂਦਾ ਹੈ। ਅਨਿਸ਼ਚਿਤ ਹੈ। ਉਹ ਲੜਾਈ ਕਰਦਾ ਹੈ, ਸੀਤਾ ਮੰਦਰ ਜਾਂਦੀ ਹੈ, ਉਹ ਮੈਦਾਨ ਵਿੱਚ ਖੇਡਦੇ ਹਨ। ਸੋ ਇਹ ਜਿਹੜੇ ਵਾਕ ਲਿਖੇ ਆ ਇਹਨਾਂ ਦੀ ਕਿਰਿਆ ਰੂਪਾਂ ਤੋਂ ਇੱਕ ਤਾਂ ਪਤਾ ਲੱਗਦਾ ਹਾਂ, ਹਾਂ ਹੈ, ਓਹੋ ਹਾਂ ਹੁਣ ਠੀਕ ਹੈ, ਹਾਂ ਹੈ, ਹਨ, ਇਹ ਜਿਹੜੇ ਕਿਰਿਆ ਰੂਪ ਹੈ ਇਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਇਹ ਜਿਹੜਾ ਸਾਡਾ ਕਾਲ ਹੈ ਇਹ ਹੈਗਾ ਜੀ ਵਰਤਮਾਨ ਕਾਲ। ਅੱਛਾ ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹ ਗੱਲ ਪਤਾ ਕਰਨੀ ਆਪਾਂ ਵੀ ਇਹ ਕਾਲ ਕਿਹੜਾ ਹੈ। ਮੰਨ ਲਓ ਅੱਗੇ ਉਸ ਤੋਂ ਕਾਲ ਦੇ ਵਿੱਚ ਉਸ ਤੋਂ ਔਖਾ ਪ੍ਰਸ਼ਨ ਇਹ ਬਣਦਾ ਵੀ ਇਹ ਕਾਲ ਦਾ ਅੱਗੇ ਕਿਹੜਾ ਕਾਲ ਰੂਪ ਹੈ। ਵੀ ਸਧਾਰਨ ਪ੍ਰਸ਼ਨ ਪੁੱਛ ਲੈ, ਇਸ ਤਰ੍ਹਾਂ ਦਾ ਦੇ ਦੇਵੇ ਉਦਾਹਰਣ ਵੀ ਸੀਤਾ ਮੰਦਰ ਜਾਂਦੀ ਹੈ, ਦੱਸੋ ਜੀ ਕਿਹੜਾ ਕਾਲ ਰੂਪ ਆ, ਥੱਲੇ ਆਪਸ਼ਨ ਦੇ ਦੇਵੇ ਸਧਾਰਨ ਵਰਤਮਾਨ ਕਾਲ, ਆਪੂਰਨ ਚਾਲੂ ਵਰਤਮਾਨ ਕਾਲ, ਪੂਰਨ ਵਰਤਮਾਨ ਕਾਲ, ਹੈ ਨਾ। ਆਪਣੇ ਹਿਸਾਬ ਨਾਲ ਆਪਸ਼ਨ ਪਾ ਦਿੱਤੇ ਜਾਣ ਤਾਂ ਉਸ ਅਵਸਥਾ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਪਤਾ ਕਰਨਾ ਵੀ ਇਹ ਵਾਕਈ ਵਰਤਮਾਨ ਕਾਲ ਹੈਗਾ ਕਿ ਨਹੀਂ। ਵੀ ਇਹ ਜਿਹੜੇ ਕਿਰਿਆ ਰੂਪਾਂ ਦੇ ਆਧਾਰ 'ਤੇ ਇਹ ਪਤਾ ਕਰੋ ਸਭ ਤੋਂ ਪਹਿਲਾਂ ਤਾਂ। ਜਦੋਂ ਆਪਾਂ ਸਾਇੰਸ ਨਾਲ ਆਪਾਂ ਇੱਕ ਸਧਾਰਨ ਜਿਹੇ ਤਰੀਕੇ ਨਾਲ ਪ੍ਰਸ਼ਨ ਆਪਣਾ ਸਹੀ ਕਰਨਾ ਹੋਵੇ, ਕਈ ਵਾਰੀ ਕੀ ਹੁੰਦਾ ਵੀ ਆਪਾਂ ਐਗਜ਼ੈਕਟ ਨਹੀਂ ਪੜ੍ਹਿਆ ਹੁੰਦਾ, ਪਰ ਆਪਾਂ ਇੱਕ ਕਾਮਨ ਜਿਹੇ ਸੈਂਸ ਨਾਲ ਇਸ ਗੱਲ ਦਾ ਆਪਾਂ ਮਤਲਬ ਜਿਹੜਾ ਪ੍ਰਸ਼ਨ ਆਪਾਂ ਆਪਣਾ ਸਹੀ ਕਰ ਸਕਦੇ ਹਾਂ। ਬਸ ਉਹਦੇ 'ਚ ਕਾਮਨ ਸੈਂਸ ਕੀ ਹੈ ਵੀ ਸਭ ਤੋਂ ਪਹਿਲਾਂ ਤਾਂ ਕਾਲ ਦਾ ਪਤਾ ਕਰੋ ਵੀ ਇਹਦੇ ਵਿੱਚ ਕਾਲ ਕਿਹੜਾ, ਉਸ ਤੋਂ ਬਾਅਦ ਚੱਲੋ ਵੀ ਕੀ ਇਹ ਸਧਾਰਨ ਹੈ ਕਿ ਅਪੂਰਨ ਹੈ ਜਾਂ ਚਾਲੂ ਹੈ, ਉਹਦੇ ਵਿੱਚ ਸਾਰੀ ਗੱਲ ਅੱਗੇ ਕਲੀਅਰ ਹੋਊਗੀ। ਹੁਣ ਸੈਂਸ ਲਾਓ, ਕਾਮਨ ਜੀ ਗੱਲ ਹੈ ਵੀ ਮੈਂ ਕਿਤਾਬ ਪੜ੍ਹਦਾ ਹਾਂ, ਹੁਣ ਇਹਦੇ ਵਿੱਚ ਪੜ੍ਹਨ ਦਾ ਕੰਮ ਹੈ ਜਿਹੜਾ ਰੋਜ਼ ਹੁੰਦਾ ਹੈ, ਇੱਕ ਸਧਾਰਨ ਮਤਲਬ ਇੱਕ ਕਿਰਿਆ ਦੇ ਵਿੱਚ ਹੈ, ਬਸ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੁੰਦਾ ਹੈ ਅਤੇ ਰੋਜ਼ ਹੁੰਦਾ ਹੈ, ਉਹਦੇ ਵਾਸਤੇ ਕਿਹੜਾ ਹੈ ਜੀ ਸਧਾਰਨ ਵਰਤਮਾਨ ਕਾਲ। ਜਾਂ ਦੂਸਰਾ ਇਹ ਅਨਿਸ਼ਚਿਤ ਸ਼ਬਦ ਦਾ ਇੱਥੇ ਧਿਆਨ ਰੱਖਿਓ, ਅਨਿਸ਼ਚਿਤ ਵਰਤਮਾਨ ਕਾਲ ਹੈ, ਮਤਲਬ ਕੰਮ ਕਰਨ ਦਾ ਸਮਾਂ ਨਿਸ਼ਚਿਤ ਨਹੀਂ ਹੈ, ਬਸ ਇੰਨਾ ਹੀ ਪਤਾ ਹੈ ਜੀ ਕੰਮ ਵਰਤਮਾਨ ਸਮੇਂ ਦੇ ਵਿੱਚ ਹੁੰਦਾ ਹੈ,
ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਖਤਮ ਹੁੰਦਾ ਹੈ, ਕਦੋਂ ਕੀਤਾ ਜਾਂਦਾ ਹੈ, ਕੋਈ ਪਤਾ ਨਹੀਂ। ਉਹਨੂੰ ਕਿਹਾ ਜਾਂਦਾ ਹੈ ਜੀ ਸਧਾਰਨ ਵਰਤਮਾਨ ਕਾਲ ਜਾਂ ਅਨਿਸ਼ਚਿਤ ਵਰਤਮਾਨ ਕਾਲ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਆਪੂਰਨ ਚਾਲੂ ਵਰਤਮਾਨ ਕਾਲ। ਪਿੱਛੇ ਆਪਾਂ ਪੜ੍ਹਿਆ ਸੀ ਆਪੂਰਨ ਚਾਲੂ ਭੂਤਕਾਲ, ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ, ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ। ਇਹ ਗੱਲ ਤਾਂ ਕਰਦੀ ਹੈ, ਇਹ ਜਿਹੜੀ ਗੱਲ ਹੈ ਇਹ ਦਰਸਾਉਂਦੀ ਹੈ ਜੀ ਕੰਮ ਚਾਲੂ ਹੈ। ਇਹ ਗੱਲ ਕੀ ਦਰਸਾਉਂਦੀ ਹੈ ਜੀ ਕੰਮ ਚਾਲੂ ਹੈ ਅਤੇ ਖਤਮ ਨਹੀਂ ਹੋਇਆ ਹੈ। ਇਹ ਗੱਲ ਦਰਸਾਉਂਦੀ ਹੈ ਜੀ ਕੰਮ ਅਪੂਰਨ ਹੈ। ਲਓ ਜੀ ਪਰਿਭਾਸ਼ਾ ਯਾਦ, ਸਾਰਾ ਕੁਝ ਕਲੀਅਰ। ਆ ਦੇਖ ਲਓ ਬਸ ਕਿਰਿਆ ਦੇ ਜਿਸ ਰੂਪ ਤੋਂ ਆਪਾਂ ਨੂੰ ਪਤਾ ਲੱਗੇ ਵੀ ਕੰਮ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ, ਮਤਲਬ ਕੰਮ ਵਰਤਮਾਨ ਸਮੇਂ ਵਿੱਚ ਚਾਲੂ ਹੈ ਜੀ, ਚੱਲ ਰਿਹਾ ਹੈ ਅਤੇ ਖਤਮ ਨਹੀਂ ਹੋਇਆ। ਖਤਮ ਨਹੀਂ ਹੋਇਆ ਮਤਲਬ ਕੀ ਹੈ ਵੀ ਅਪੂਰਨ ਹੈ, ਅਜੇ ਕੰਮ ਅਧੂਰਾ ਹੈ। ਹੁਣ ਦੇਖੋ ਜੀ ਉਦਾਹਰਣ, ਉਹ ਕਿਤਾਬ ਪੜ੍ਹ ਰਿਹਾ ਹੈ, ਉਹ ਮੈਦਾਨ ਵਿੱਚ ਖੇਡ ਰਹੇ ਹਨ, ਸੀਤਾ ਸਕੂਲ ਜਾ ਰਹੀ ਹੈ, ਬੱਚਾ ਖਾਣਾ ਖਾ ਰਿਹਾ ਹੈ। ਇਹਨਾਂ ਉਦਾਹਰਣਾਂ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਵਰਤਮਾਨ ਕਾਲ ਦੀਆਂ ਉਦਾਹਰਣਾਂ। ਅੱਛਾ ਜੀ, ਉਸ ਤੋਂ ਬਾਅਦ ਆਪਾਂ ਇਹ ਗੱਲ ਕਲੀਅਰ ਕਰਨੀ ਹੈ ਕਿ ਇਹ ਵਾਕਈ ਕੰਮ ਚਾਲੂ ਹੈ। ਬਿਲਕੁਲ ਜੀ, ਉਹ ਕਿਤਾਬ ਪੜ੍ਹ ਰਿਹਾ ਹੈ, ਪੜ੍ਹਨ ਦੀ ਕਿਰਿਆ ਜਾਰੀ ਹੈ। ਜਾਰੀ ਵਾਸਤੇ ਕੀ ਸ਼ਬਦ ਵਰਤਿਆ ਜੀ? ਚਾਲੂ ਹੈ ਕੰਮ, ਆਪੂਰਨ ਹੈ ਜੀ। ਹਜੇ ਕਿਤਾਬ ਪੜ੍ਹ ਰਿਹਾ ਹੈ ਮਤਲਬ ਪੜ੍ਹੀ ਜਾ ਰਿਹਾ ਹੈ, ਪੜ੍ਹਨ ਦਾ ਕੰਮ ਹਜੇ ਪੂਰਾ ਨਹੀਂ ਹੋਇਆ। ਇੱਕ ਹੀ ਉਦਾਹਰਣ ਤੁਹਾਨੂੰ ਸਮਝਾਊਂਗਾ, ਬਾਕੀ ਤੁਸੀਂ ਸਮਝਦਾਰ ਹੋ, ਆਪੇ ਸਮਝ ਜਾਣਾ। ਹਾਂਜੀ ਅੱਗੇ ਚੱਲਦੇ ਆ। ਅਨਿਸ਼ਚਿਤ ਪੂਰਨ ਵਰਤਮਾਨ ਕਾਲ ਜਾਂ ਪੂਰਨ ਚਾਲੂ ਵਰਤਮਾਨ ਕਾਲ ਵੀ ਕਿਹਾ ਜਾਂਦਾ ਇਹਨੂੰ। ਇਹ ਥੋੜ੍ਹੇ ਜਿਹੇ ਸ਼ਬਦਾਂ ਦਾ ਰੱਖਿਓ ਬੇਟਾ ਜੀ ਧਿਆਨ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਵੀ ਕੰਮ ਬੀਤੇ ਸਮੇਂ ਤੋਂ ਚਾਲੂ ਰਿਹਾ ਹੈ ਵੀ ਜਾਂ ਚੱਲ ਰਿਹਾ ਹੈ, ਉਹਦੇ ਵਾਸਤੇ ਦੇਖੋ ਪਹਿਲੇ ਦੇ ਵਿੱਚ ਕੀ ਆ ਵੀ ਅਨਿਸ਼ਚਿਤ ਹੈ ਪਹਿਲਾਂ ਤਾਂ, ਅਤੇ ਵਰਤਮਾਨ ਵਿੱਚ ਹੁਣੇ ਮੁੱਕਾ ਹੈ। ਬੀਤੇ ਸਮੇਂ ਦੇ ਵਿੱਚ ਤਾਂ ਚੱਲੀ ਜਾਂਦਾ ਸੀ, ਉਹਦੇ ਵਾਸਤੇ ਕੀ ਵਰਤ ਲਿਆ ਜੀ? ਚਾਲੂ ਜਾਂ ਅਨਿਸ਼ਚਿਤ ਸ਼ਬਦ ਵਰਤ ਲਿਆ। ਦੋਨਾਂ ਦੀ ਗੱਲ ਕਰੀ ਜਾਊਂਗਾ ਮੈਂ ਨਾਲ ਨਾਲ। ਅਤੇ ਬਸ ਵਰਤਮਾਨ ਸਮੇਂ ਵਿੱਚ ਹੁਣੇ ਮੁੱਕਾ ਹੈ, ਹੁਣੇ ਮੁੱਕਾ ਹੈ, ਉਹਦੇ ਵਾਸਤੇ ਕੀ ਕੀਤਾ ਜੀ? ਪੂਰਨ ਸ਼ਬਦ ਦੀ ਵਰਤੋਂ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਕੰਮ ਖਤਮ ਹੋਣ ਦੀ ਜਿਹੜੀ ਕਿਰਿਆ ਹੈ ਉਹਦੇ ਵਾਸਤੇ ਪੂਰਨ ਸ਼ਬਦ ਦੀ ਵਰਤੋਂ ਕੀਤੀ ਹੈ, ਅਤੇ ਕੰਮ ਬੀਤੇ ਸਮੇਂ ਤੋਂ ਚੱਲ ਰਿਹਾ ਹੈ ਉਹਦੇ ਵਾਸਤੇ ਅਨਿਸ਼ਚਿਤ ਅਤੇ ਚਾਲੂ ਦੋਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸੋ ਅਲੱਗ-ਅਲੱਗ ਹੈ ਦੋਨਾਂ ਦੇ ਨਾਮਾਂ ਦਾ ਰੱਖਿਓ ਧਿਆਨ, ਅਰਥ ਇੱਕੋ ਹੀ ਬਣਦਾ ਇਹਨਾਂ ਦਾ। ਮੈਂ ਇਹ ਨਾਵਲ ਪੜ੍ਹਦਾ ਰਿਹਾ ਹਾਂ, ਉਹ ਲੜਾਈ ਕਰਦੇ ਰਹੇ ਹਨ, ਸੀਤਾ ਸਕੂਲ ਜਾਂਦੀ ਰਹੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ ਇਹ ਵਰਤਮਾਨ ਕਾਲ ਹੈ। ਬਿਲਕੁਲ ਜੀ ਠੀਕ ਹੈ। ਦੂਸਰੀ ਗੱਲ ਦੇਖੋ, ਕੰਮ ਹੈ ਜਿਹੜਾ ਉਹ ਬੀਤੇ ਸਮੇਂ ਤੋਂ ਚੱਲ ਰਿਹਾ ਹੈ ਵੀ ਮੈਂ ਇਹ ਨਾਵਲ ਪੜ੍ਹਦਾ ਰਿਹਾ ਹਾਂ, ਜਾਂ ਉਹ ਇਹ ਕੰਮ ਕਰਦਾ ਆ ਰਿਹਾ ਹੈ, ਮਤਲਬ ਪਿਛਲੇ ਭੂਤਕਾਲ ਤੋਂ ਕੋਈ ਕੰਮ ਕਰਦਾ ਆ ਰਿਹਾ ਹੈ ਤੇ ਪਰ ਉਸ ਨੇ ਕੀ ਕੀਤਾ ਹੈ? ਵਰਤਮਾਨ ਸਮੇਂ ਵਿੱਚ ਹੁਣੇ ਜਸਟ ਹੀ ਮੁਕਾਇਆ। ਹੁਣ ਦੇਖੋ ਜੀ, ਮੈਂ ਇਹ ਨਾਵਲ ਪੜ੍ਹਦਾ ਰਿਹਾ ਹਾਂ। ਮੰਨ ਲਓ ਦੋ ਬੰਦੇ ਆਪਸ ਦੇ ਵਿੱਚ ਗੱਲਾਂ ਕਰਦੇ ਹੋਣ, ਇੱਕ ਬੰਦਾ ਇਹ ਗੱਲ ਆਖੇ ਦੂਸਰੇ ਬੰਦੇ ਨੂੰ ਵੀ ਮੈਂ ਇਹ ਨਾਵਲ ਜਿਹੜਾ ਆਪਾਂ ਜਿਹਦਾ ਜ਼ਿਕਰ ਕਰ ਰਹੇ ਹਾਂ ਉਹ ਮੈਂ ਪੜ੍ਹਦਾ ਆ ਰਿਹਾ ਜੀ। ਮਤਲਬ ਕੀ ਹੈ ਵੀ ਮੈਂ ਬੀਤੇ ਸਮੇਂ ਵਿੱਚ ਪੜ੍ਹਦਾ ਸੀ ਉਹਨੂੰ, ਅਤੇ ਮੈਂ ਵਰਤਮਾਨ ਦੇ ਵਿੱਚ ਉਹਨੂੰ ਪੜ੍ਹਦਾ ਆ ਰਿਹਾ ਹਾਂ। ਮਤਲਬ ਬਸ ਹੁਣੇ ਹੀ ਖਤਮ ਕੀਤਾ ਉਹਨੂੰ। ਹੁਣੇ ਦਾ ਮਤਲਬ, ਹੁਣੇ ਦਾ ਵਿੱਚ ਕੋਈ ਐਵੇਂ ਨਹੀਂ ਹੈਗਾ ਵੀ ਹੁਣੇ 5 ਮਿੰਟ ਪਹਿਲਾਂ ਖਤਮ ਕਰਕੇ ਆਇਆ, ਐਵੇਂ ਦਾ ਕੁਛ ਨਹੀਂ ਗਾ। ਹੁਣੇ ਦਾ ਮਤਲਬ ਮਹੀਨਾ ਵੀ ਹੋ ਸਕਦਾ, 2 ਮਹੀਨੇ ਪਹਿਲਾਂ ਵੀ ਹੋ ਸਕਦਾ। ਬਸ ਉਹ ਕਹਿੰਦਾ ਜੀ ਹੁਣੇ ਹੀ ਖਤਮ ਕੀਤਾ, ਕੰਮ ਦੇ ਹਿਸਾਬ ਨਾਲ। ਹੁਣ ਰੋਟੀ ਜਿਵੇਂ ਮੰਨ ਲਓ ਵੀ ਮੈਂ ਇਹ ਰੋਟੀ, ਵੀ ਆਪਾਂ ਕਹੀਏ ਵੀ ਮੈਂ ਇਹ ਰੋਟੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਇਸ ਪ੍ਰਕਾਰ ਦਾ ਜਿਹੜਾ ਭੋਜਨ ਹੈ ਉਹ ਮੈਂ ਕਰਦਾ ਆ ਰਿਹਾ ਹਾਂ। ਹੁਣ ਉਹਦੇ ਵਾਸਤੇ ਤਾਂ ਆਪਾਂ ਇੱਕ ਸੈਂਸ ਲਾ ਸਕਦੇ ਹਾਂ ਵੀ ਰੋਟੀ ਜਸਟ ਹੁਣੇ ਇਸ ਤਰ੍ਹਾਂ ਦੀ ਖਾ ਕੇ ਆਇਆ ਹੋਊਗਾ, ਇਸ ਪ੍ਰਕਾਰ ਦਾ ਭੋਜਨ। ਅਤੇ ਪਰ ਹੁਣ ਨਾਵਲ ਜਿਵੇਂ ਇਹਦੀ ਸਥਿਤੀ ਦੇ ਵਿੱਚ ਹੁਣ ਨਾਵਲ ਹੈ ਜਿਹੜਾ, ਕਿਉਂਕਿ ਪੜ੍ਹਨ ਵਾਲੇ ਕੀ ਕਰਦੇ ਆ ਵੀ ਨਾਵਲ ਤਾਂ ਕਈ ਦਿਨ ਚੱਲਦੇ ਰਹਿੰਦੇ ਆ ਲੋਕਾਂ ਦੇ, ਜਿਹੜੇ ਲੋਕ ਨਾਵਲ ਪੜ੍ਹਦੇ ਆ। ਉਹ ਲੜਾਈ ਕਰਦੇ ਰਹੇ ਹਨ, ਸੀਤਾ ਸਕੂਲ ਜਾਂਦੀ ਰਹੀ। ਇਹਨਾਂ ਉਦਾਹਰਣਾਂ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਕੰਮ ਹੈ ਜਿਹੜਾ ਉਹ ਬੀਤੇ ਸਮੇਂ ਤੋਂ ਭੂਤਕਾਲ ਤੋਂ ਚਾਲੂ ਰਿਹਾ ਹੈ। ਠੀਕ ਹੈ ਜੀ, ਉਦੋਂ ਤੋਂ ਹੀ ਚੱਲ ਰਿਹਾ ਅਤੇ ਵਰਤਮਾਨ ਦੇ ਵਿੱਚ ਹੁਣੇ ਮੁੱਕਾ ਹੈ। ਉਹਦੇ ਵਾਸਤੇ ਰਹੀ ਹੈ ਜਿਹੜੀ ਇਹ ਵਰਤੋਂ ਕੀਤੀ ਹੈ ਕਿਰਿਆ ਰੂਪਾਂ ਦੀ। ਹੁਣ ਆ ਗਿਆ ਜੀ ਨਿਸ਼ਚਿਤ ਪੂਰਨ ਵਰਤਮਾਨ ਕਾਲ ਜਾਂ ਪੂਰਨ ਵਰਤਮਾਨ ਕਾਲ। ਉਹਦੇ ਵਾਸਤੇ ਕੀ ਹੈ? ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਵੀ ਕੰਮ ਵਰਤਮਾਨ ਦੇ ਵਿੱਚ ਮੁਕੰਮਲ ਹੋ ਚੁੱਕਿਆ ਜੀ, ਖਤਮ ਹੋ ਚੁੱਕਿਆ ਹੈ ਜੀ, ਪੂਰਾ ਹੋ ਚੁੱਕਿਆ ਹੈ।
देख लो जी, कोई दिक्कत नहीं है। हाँ, वो किताब पढ़ चुकिया है। मैं गंगा नगरों आ गया हाँ भी जा चुकिया हाँ, आ चुकिया हाँ ਜਾਂ आ गया हाँ, ਇੱਕੋ ਹੀ ਗੱਲ भी पहुँच चुकिया हाँ, आ गया हाँ। उसने लड़ाई कर ਲਈ है ਜਾਂ ਉਹ ਲੜਾਈ ਕਰ ਚੁੱਕੇ ਹਨ ਜਾਂ ਉਸਨੇ ਲੜਾਈ ਕਰ ਰਹੀ ਹੈ। ਇਸ ਨੂੰ ਦੂਸਰੇ ਸ਼ਬਦਾਂ ਦੇ ਵਿੱਚ ਬੋਲਾਂ ਤਾਂ ਉਹ ਲੜਾਈ ਕਰ ਚੁੱਕਾ ਹੈ, ਇਹ ਵੀ ਬੋਲਿਆ ਜਾਂਦਾ ਹੈ। ਸੋ ਲਈ ਹੈ ਤੇ ਚੁੱਕਾ ਹੈ ਦੋਨਾਂ ਕਿਰਿਆ ਰੂਪਾਂ ਤੋਂ ਇਹ ਵਰਤਦਾ। ਇਹ ਮਤਲਬ ਆਪਾਂ ਨੂੰ ਪਤਾ ਲੱਗਦਾ ਹੈ ਵੀ ਇਹ ਨਿਸ਼ਚਿਤ ਪੂਰਨ ਵਰਤਮਾਨ ਕਾਲ ਹੈ। ਕੰਮ ਹੈ ਜਿਹੜਾ ਵਰਤਮਾਨ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ। सीता स्कूल चली गई है ਜਾਂ दूसरे शब्दों में सीता स्कूल जा चुकी है, जा चुकिया है, कर लिया है, कर चुकिया है। इस तरह की शब्दावली आवे तो वह है जी साडा निश्चित पूर्ण वर्तमान काल। हुण आ गया जी शर्ती वर्तमान काल। शर्ती भूतकाल भी सीगा एक कंडीशन, जिस रूप तो पता लगे कि काम वर्तमान में किसी शर्त ते होना सी। जे मैं पढ़ा तो पास हो जावां। ਹੁਣ ਇੱਥੇ ਆ ਜਿਹੜਾ ਹੁਣ ਦੇਖੋ ਵੀ ਇਹਦੇ ਵਿੱਚ ਜੇ ਆਪਾਂ ਇਹਨੂੰ ਸ਼ਰਤੀ ਭੂਤਕਾਲ ਦੇ ਵਿੱਚ ਬਦਲਣਾ ਹੋਵੇ ਉਹਦੇ ਵਾਸਤੇ ਕਿ ਜੇ ਮੈਂ ਪੜ੍ਹਦਾ ਤਾਂ ਪਾਸ ਹੋ ਜਾਣਾ ਸੀ, ਇਸ ਤਰ੍ਹਾਂ ਮਗਰ ਜਾਣਾ ਸੀ। ਜੇ ਉਹ ਸ਼ਰਾਬ ਪੀਏ ਤਾਂ ਹਰ ਇੱਕ ਨਾਲ ਲੜਦਾ ਹੈ। ਜੇ ਤੁਸੀਂ ਆਖੋ ਤਾਂ ਮੈਂ ਪੰਜਾਬ ਹੋ ਆਵਾਂ। ਜੇ ਉਹ ਪੜ੍ਹੇ ਤਾਂ ਰੀਟ ਪਾਸ ਕਰ ਦੇਵੇ। ਇਹ ਉਦਾਹਰਣ ਸਪੈਸ਼ਲ ਤੁਹਾਡੇ ਵਾਸਤੇ ਹੈ ਵੀ ਜੇ ਤੁਸੀਂ ਪੜ੍ਹੋ ਤਾਂ ਰੀਟ ਪਾਸ ਕਰ ਦੇਵੋ। ਹੁਣ ਇਹਦੇ ਵਿੱਚ ਦੇਖੋ ਜੀ ਕੰਮ ਹੈ ਜਿਹੜਾ ਉਹ ਇੱਕ ਸ਼ਰਤ ਤੇ ਹੋਊਗਾ। ਕਿਹੜੀ ਤੇ ਵੀ ਮੰਨ ਲਓ ਕੰਮ ਕਿਰਿਆ ਜਿਹੜੀ ਇੱਕ ਉਹ ਜੇ ਪੜ੍ਹਨ ਦੀ ਕਿਰਿਆ ਹੁੰਦੀ ਤਾਂ ਪਾਸ ਹੋਣ ਵਾਲੀ ਹੋ ਜਾਣੀ ਸੀ। ਜੇ ਉਹ ਸ਼ਰਾਬ ਪੀਏ ਤਾਂ ਹਰ ਇੱਕ ਨਾਲ ਲੜਦਾ ਹੈ। ਇਹ ਜਿਹੜੀਆਂ ਉਦਾਹਰਨਾਂ ਤੋਂ ਸਾਨੂੰ ਪਤਾ ਲੱਗਦਾ ਵੀ ਕੰਮ ਹੈ ਜਿਹੜਾ ਉਹ ਕਿਸੇ ਸ਼ਰਤ ਦੇ ਵਿੱਚ ਹੋਣਾ ਸੀ। ਕੰਡੀਸ਼ਨ ਵਾਸਤੇ ਜੇ ਸ਼ਬਦ ਵੈਸੇ ਲੱਗਾ ਹੋਇਆ, ਸਧਾਰਨ ਅਰਥਾਂ ਦੇ ਵਿੱਚ ਜੇ ਸ਼ਬਦ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਇੱਕ ਕੰਡੀਸ਼ਨ ਹੈ। ਹੁਕਮੀ ਵਰਤਮਾਨ ਕਾਲ ਕੀ ਹੁੰਦਾ ਜੀ? ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਵਰਤਮਾਨ ਵਿੱਚ ਜਿਹੜਾ ਕੰਮ ਉਹ ਸਾਡਾ ਕਰਨ ਦਾ ਹੁਕਮ ਜਾਂ ਬੇਨਤੀ ਕੀਤੀ ਗਈ ਹੈ ਜੀ। ਜਿਵੇਂ ਤੁਸੀਂ ਗੰਗਾ ਨਗਰ ਜਾਓ, ਲੜਾਈ ਨਾ ਕਰੋ, ਕਿਰਪਾ ਕਰਕੇ ਸਾਰਾ ਪਾਠ ਕਰੋ, ਸਕੂਲ ਸਮੇਂ ਵਿੱਚ ਨਾ ਖੇਡੋ। ਇਹਨਾਂ ਉਦਾਹਰਨਾਂ ਤੋਂ ਸਾਨੂੰ ਪਤਾ ਲੱਗਦਾ ਵੀ ਇਹ ਜਿਹੜਾ ਵਰਤਮਾਨ ਕਾਲ ਦੇ ਵਿੱਚ ਕੰਮ ਕਰਨ ਦਾ ਹੁਕਮ ਵੀ ਹੋ ਸਕਦਾ ਹੈ। ਹੁਕਮੀ ਵਰਤਮਾਨ ਕਾਲ ਦੇ ਬਸ ਇਹ ਨਾ ਸਮਝ ਲਿਓ भी हुक्मी वर्तमान काल शब्द लिखता तो सिर्फ हुक्म ही चलूगा ना जी। आग्या बेनती ये जड़ियाँ सारिया चीज़ां ये इन्हां वाकां दे विच आऊगा। तुसीं गंगा नगर जाओ, हुण इहदे विच हुक्म भी हो सकता है, आग्या भी हो सकती है। लड़ाई ना करो इहदे विच की हो सकता है, हुक्म भी हो सकता है, बेनती भी हो सकती है भी लड़ाई ना करो। किरपा करके सारा पाठ करो। हुण किरपा करके शब्द है जिहड़ा ਉਹ ਤਾਂ ਬਿਲਕੁਲ ਮਤਲਬ ਇੱਕ ਸੈਂਸ ਆ ਇਹਦੇ ਨਾਲ ਵੀ ਇਹ ਜਿਹੜਾ ਕਿਰਪਾ ਸ਼ਬਦ ਹੈ ਜਿਹੜਾ ਉਹ ਸਾਡਾ ਬੇਨਤੀ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਕਈ ਸ਼ਬਦਾਂ ਤੋਂ ਪਤਾ ਲੱਗ ਜਾਂਦਾ, ਕਈ ਸ਼ਬਦਾਂ ਤੋਂ ਨਹੀਂ ਪਤਾ ਲੱਗਦਾ। ਸਕੂਲ ਸਮੇਂ ਵਿੱਚ ਨਾ ਖੇਡੋ, ਹੁਣ ਇਹ ਜ਼ਰੂਰ ਕਿਸੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਹੋਊਗਾ ਤਾਂ ਅਧਿਆਪਕ ਵਿਦਿਆਰਥੀਆਂ ਨੂੰ ਕੀ ਕਰਦਾ? ਹੁਕਮ ਕਰਦਾ। ਭਵਿੱਖਤ ਕਾਲ ਆ ਗਿਆ ਜੀ ਅੱਗੇ। ਕਾਲ ਆਉਣ ਵਾਲੇ ਸਮੇਂ ਨੂੰ ਭਵਿੱਖਤ ਕਾਲ ਆਖਦੇ ਹਨ ਜੀ। ਬਿਲਕੁਲ ਕਹਿੰਦੇ ਆ ਜੀ ਆਉਣ ਵਾਲੇ ਸਮੇਂ ਨੂੰ। ਇਸ ਤੋਂ ਪਤਾ ਚੱਲਦਾ ਹੈ ਕਿ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਰੀਟ ਪਾਸ ਕਰੋਗੇ। ਉਹ ਕਿਤਾਬ ਪੜ੍ਹੇਗਾ, ਮੈਂ ਰੋਟੀ ਖਾਊਂਗਾ, ਸੀਤਾ ਸਕੂਲ ਜਾਏਗੀ ਜਾਂ ਜਾਵੇਗੀ। ਇਹ ਤੁਸੀਂ ਪੜ੍ਹਦੇ ਹੋ। ਇਹਨਾਂ ਤੋਂ ਜਿਹੜਾ ਗਾ ਗੇ ਗੀ ਆਪਾਂ ਪੜ੍ਹਦੇ ਹੁੰਦੇ ਹਾਂ ਉਹਨਾਂ ਤੋਂ ਪਤਾ ਲੱਗਦਾ ਜੀ ਇਹ ਸਾਡਾ ਭਵਿੱਖਤ ਕਾਲ ਹੈ। ਭਵਿੱਖਤ ਕਾਲ ਦੇ ਅੱਗੇ 5 ਰੂਪ ਹੈ ਜੀ। ਸਧਾਰਨ ਭਵਿੱਖਤ ਕਾਲ ਜਾਂ ਅਨਿਸ਼ਚਿਤ ਭਵਿੱਖਤ ਕਾਲ। ਜਿਵੇਂ ਆਪਾਂ ਸਧਾਰਨ ਵਰਤਮਾਨ ਕਾਲ ਪੜ੍ਹਿਆ ਸੀ ਉਵੇਂ ਹੀ ਸਾਡਾ ਸਧਾਰਨ ਭਵਿੱਖਤ ਕਾਲ ਹੈ। ਜਿਸ ਰੂਪ ਤੋਂ ਪਤਾ ਲੱਗੇ ਜੀ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ, ਪਰ ਇਹ ਨਾ ਦੱਸਿਆ ਜਾਵੇ ਵੀ ਕਦੋਂ ਹੋਣਾ ਹੈ। ਬਿਲਕੁਲ ਜੀ, ਕੋਈ ਦੱਸਿਆ ਨਹੀਂ ਗਿਆ। ਮੈਂ ਕਿਤਾਬ ਪੜ੍ਹਾਂਗਾ ਪਰ ਕਦੋਂ ਪੜ੍ਹਾਂਗਾ? ਅੱਜ ਪੜ੍ਹੂੰਗਾ, ਕੱਲ੍ਹ ਪੜ੍ਹੂੰਗਾ, ਪਰਸੋਂ ਪੜ੍ਹੂੰਗਾ, ਕੋਈ ਪਤਾ ਨਹੀਂ। ਉਹ ਸਕੂਲ ਜਾਣਗੇ ਪਰ ਕਦੋਂ ਜਾਣਗੇ ਕੋਈ ਮੈਂਸ਼ਨ ਨਹੀਂ ਦਿੱਤਾ ਹੋਇਆ ਇੱਥੇ। ਸੀਤਾ ਮੈਦਾਨ ਵਿੱਚ ਖੇਡੇਗੀ ਪਰ ਕਦੋਂ ਖੇਡੇਗੀ ਬਿਲਕੁਲ ਮੈਂਸ਼ਨ ਨਹੀਂ ਕੀਤਾ। ਬੱਚੇ ਖਾਣਾ ਖਾਣਗੇ ਪਰ ਕਦੋਂ ਖਾਣਗੇ ਇਹ ਗੱਲ ਮੈਂਸ਼ਨ ਨਹੀਂ ਕੀਤੀ। ਸੋ ਇਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਪਰ ਇਹ ਨਾ ਦੱਸਿਆ ਜਾਵੇ ਕਿ ਕੰਮ ਹੈ ਜਿਹੜਾ ਉਹ ਹੋਣਾ ਕਦੋਂ ਹੈ। ਹਾਂਜੀ, अपूर्ण चालू भविष्यत काल किहनूं कहंदे आ जी? किरिया दे जिस रूप तो पता लगे कि काम है जिहड़ा ओह आउण वाले समय विच हो रहा होवेगा उहनूं कहा जांदा है जी अपूर्ण चालू। भी मतलब खत्म नहीं होया, हो रहा होवेगा। दोनों शब्दों तो पता लगता है बस काम आउण वाले समय विच हो रहा होवेगा। आउण वाला समा
ਭਵਿੱਖਤ ਕਾਲ ਉਹਦੇ ਵਿੱਚ ਹੋ ਰਿਹਾ ਹੋਊਗਾ ਤਾਂ ਦੋਨੇ ਚੀਜ਼ਾਂ ਅਪਲਾਈ ਹੋਣਗੀਆਂ ਵੀ ਮਤਲਬ ਕੰਮ ਜਾਰੀ ਹੋਊਗਾ ਚਾਲੂ, ਤੇ ਦੂਸਰਾ ਅਪੂਰਨ ਪੂਰਾ ਨਹੀਂ ਹੋਊਗਾ। ਬਿਲਕੁਲ ਜੀ, ਉਹ ਗੰਗਾ ਨਗਰ ਜਾ ਰਿਹਾ ਹੋਵੇਗਾ। ਕੰਮ ਹੋਊਗਾ ਕਦੋਂ? ਭਵਿੱਖ ਦੇ ਵਿੱਚ, ਭਵਿੱਖਿਆ ਦੇ ਵਿੱਚ, ਫਿਊਚਰ ਦੇ ਵਿੱਚ, ਪਰ ਜਾਣ ਦੇ ਵਿੱਚ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ ਹੋਊਗਾ। ਦੇਖੋ ਜੀ, ਹੋ ਰਿਹਾ ਕੰਮ ਜਾਰੀ ਹੈ, ਕੰਮ ਚਾਲੂ ਹੈ, ਜਾ ਰਹੀ ਹੋਵੇਗੀ, ਪਕਾ ਰਹੇ ਹੋਣਗੇ, ਕਰ ਰਹੇ ਹੋਣਗੇ, ਜਾ ਰਿਹਾ ਹੋਵੇਗਾ। ਇਹਨਾਂ ਕਿਰਿਆ ਰੂਪਾਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਕੰਮ ਚਾਲੂ ਹੈ। ਹੁਣ ਗੰਗਾ ਨਗਰ ਜਾਣ ਦਾ ਕੰਮ ਖਤਮ ਨਹੀਂ ਹੋਇਆ, ਪੜ੍ਹਾਈ ਕਰਨ ਦਾ ਕੰਮ ਖਤਮ ਨਹੀਂ ਹੋਇਆ, ਮੈਂਸ਼ਨ ਕੀਤਾ ਹੋਇਆ। ਵਾਕਾਂ ਦੇ ਸੈਂਸ ਤੋਂ ਪਤਾ ਲੱਗਦਾ ਵੀ ਕੰਮ ਹੈ ਜਿਹੜਾ ਉਹ ਪੂਰਾ ਨਹੀਂ ਹੋਇਆ। ਇਸ ਕਰਕੇ ਨਾਲ ਇਸ ਨੂੰ ਚਾਲੂ ਵੀ ਹੈ ਅਤੇ ਪਲੱਸ ਅਪੂਰਨ ਵੀ ਹੈ, ਅਤੇ ਇਹ ਕਾਲ ਕਿਹੜਾ ਹੈ? ਭਵਿੱਖਤ ਕਾਲ। ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਆਪਾਂ ਨਿਸ਼ਚਿਤ ਪੂਰਨ ਭਵਿੱਖਤ ਕਾਲ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋ ਚੁੱਕਿਆ ਹੋਵੇਗਾ, ਕੰਮ ਪੂਰਾ ਹੋ ਚੁੱਕਿਆ ਹੋਊਗਾ ਜੀ ਆਉਣ ਵਾਲੇ ਸਮੇਂ ਵਿੱਚ। ਉਹਦੇ ਵਾਸਤੇ ਦੇਖੋ ਜੀ, ਮੈਂ ਗੰਗਾ ਨਗਰ ਜਾ ਚੁੱਕਿਆ ਹੋਵਾਂਗਾ, ਚਲਾ ਗਿਆ ਹੋਵਾਂਗਾ। ਦੂਸਰਾ ਹੋ ਸਕਦਾ ਇਸ ਤਰ੍ਹਾਂ ਵੀ ਲਿਖਿਆ ਹੋਵੇ, ਮੈਂ ਗੰਗਾ ਨਗਰ ਚਲਾ ਗਿਆ ਹੋਵਾਂਗਾ। ਚਲਾ ਗਿਆ ਹੋਵਾਂਗਾ ਦਾ ਮਤਲਬ ਵੀ ਕੰਮ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹੋ ਜਾਊਗਾ ਬੇਟਾ ਜੀ। ਸੀਤਾ ਘਰ ਦਾ ਕੰਮ ਕਰ ਚੁੱਕੀ ਹੋਵੇਗੀ, ਉਹ ਬੱਚਿਆਂ ਨੇ ਸਬਕ ਯਾਦ ਕਰ ਲਿਆ ਹੋਵੇਗਾ, ਉਸ ਨੇ ਘਰ ਦੀ ਸਫਾਈ ਕਰ ਲਈ ਹੋਵੇਗੀ, ਤੁਸੀਂ ਵੀ ਕਿਤਾਬਾਂ ਦੀ ਸਫਾਈ ਕਰ ਲਈ ਹੋਵੇਗੀ, ਉੱਤੇ ਕੱਪੜਾ ਵਗੈਰਾ ਮਾਰ ਲਿਆ ਹੋਊਗਾ। ਹਾਂਜੀ, ਠੀਕ ਹੈ, ਨਿਸ਼ਚਿਤ ਹੈ ਵੀ ਕੰਮ ਪੂਰਾ ਹੋ ਚੁੱਕਿਆ ਹੈ, ਪੂਰਨ ਹੋ ਚੁੱਕਿਆ ਜੀ ਕੰਮ। ਬਿਲਕੁਲ। ਅੱਗੇ ਦੇਖਦੇ ਹਾਂ ਜੀ, ਸੰਭਾਵੀ ਭਵਿੱਖਤ ਕਾਲ। ਸੰਭਾਵਨਾ ਬਣਨੀ ਕਿਸੇ ਕੰਮ ਦੀ। ਕਿਰਿਆ ਦੇ ਜਿਸ ਰੂਪ ਤੋਂ ਆਉਣ ਵਾਲੇ ਸਮੇਂ ਵਿੱਚ ਕੰਮ ਹੋਣ ਦੀ ਇੱਛਾ ਜਾਂ ਸੰਭਾਵਨਾ ਪ੍ਰਗਟ ਹੋਵੇ, ਇੱਛਾ ਜਾਂ ਸੰਭਾਵਨਾ ਪ੍ਰਗਟ ਹੋਵੇ, ਉਹਨੂੰ ਕਿਹਾ ਜਾਂਦਾ ਜੀ ਸੰਭਾਵੀ। ਰੱਖਿਓ ਧਿਆਨ, ਇਹਨਾਂ ਦੇ ਵਿੱਚੋਂ ਜ਼ਿਆਦਾ ਪ੍ਰਸ਼ਨ ਪੁੱਛਦਾ ਉਹ, ਬਸ ਪੁੱਛਦਾ ਇਹੀ ਹੈ, ਆ ਵਾਕ ਦੇਤਾ ਤੇ ਥੱਲੇ ਕਹਿੰਦਾ ਦੱਸੋ ਜੀ ਕਿਹੜਾ ਕਾਲ ਹੈ। ਐਵੇਂ ਪੁੱਛ ਲੈ, ਸ਼ਾਇਦ ਮੈਂ ਗੰਗਾ ਨਗਰ ਜਾਵਾਂ, ਆਹ ਹੀ ਵਾਕ ਆ ਜੇ। ਮੰਨ ਲਓ ਗੰਗਾ ਨਗਰ ਦੀ ਥਾਂ ਤੇ ਹੋਰ ਕਿਸੇ ਸ਼ਹਿਰ ਦਾ ਮੈਂਸ਼ਨ ਕਰ ਦੇਵੇ, ਕਿਸੇ ਵੀ ਸ਼ਹਿਰ ਦਾ, ਅਨੂਪਗੜ੍ਹ ਜਾਵਾਂ, ਘੜਸਾਣੇ ਜਾਵਾਂ, ਜਲੰਧਰ ਜਾਵਾਂ, ਹੈ ਨਾ। ਹੁਣ ਇੱਥੇ ਕੀ ਹੈ ਵੀ ਆਪਾਂ ਨੂੰ ਇੱਥੇ ਹੋ ਸਕਦਾ ਬਹੁਤ ਸਾਰੇ ਵਿਦਿਆਰਥੀ ਇੱਥੇ ਆਪਣਾ ਕੀ ਹੈ ਵੀ ਉਹ ਇਸ ਨੂੰ ਗਲਤ ਕਰ ਦੇਣ, ਉਹ ਹੋ ਸਕਦਾ ਕਹਿ ਦੇਣ ਵੀ ਇਹ ਜੀ ਵਰਤਮਾਨ ਕਾਲ ਹੈ, ਪਰ ਸੰਭਾਵਨਾ ਕੰਮ ਹੋਣ ਦੀ ਸੰਭਾਵਨਾ ਹੋਊਗੀ, ਪਰ ਹੋਊਗੀ ਭਵਿੱਖ ਦੇ ਵਿੱਚ। ਸ਼ਾਇਦ ਮੈਂ ਗੰਗਾ ਨਗਰ ਜਾਵਾਂ, ਕੰਮ ਹਜੇ ਜਿਹੜਾ ਗੰਗਾ ਨਗਰ ਜਾਣ ਦੀ ਕਿਰਿਆ ਹੈ ਉਹ ਸ਼ੁਰੂ ਨਹੀਂ ਹੋਈ, ਭਵਿੱਖ ਦੇ ਵਿੱਚ ਹੋਊਗੀ, ਭਵਿੱਖਤ ਹੈ। ਪਰ ਅੱਗੇ ਲਿਖਿਆ ਹੈ ਜੀ ਸ਼ਾਇਦ ਸ਼ਬਦ ਤੋਂ ਪਤਾ ਲੱਗਦਾ ਵੀ ਇਹ ਸੰਭਾਵੀ ਹੈ, ਵੀ ਸੰਭਾਵਨਾ ਜਤਾਈ ਗਈ ਹੈ ਵੀ ਸ਼ਾਇਦ। ਸੰਭਾਵਨਾ ਦੇ ਵਿੱਚ ਕਲੀਅਰ ਨਹੀਂਗਾ ਵੀ ਯੈਸ ਜਾਂ ਨੋ, ਵੀ ਜਾਊਗਾ ਕਿ ਨਹੀਂ ਜਾਊਗਾ, ਪਰ ਸੰਭਾਵਨਾ ਹੈ ਜਾਣ ਦੀ ਜਾਂ ਨਾ ਜਾਣ ਦੀ। ਰੱਬ ਕਰੇ ਉਹ ਪੜ੍ਹਾਈ ਨਾਲ ਜੁੜਿਆ ਰਹੇ। ਸੋ ਇਹਦੇ ਵਿੱਚ ਇੱਕ ਸੰਭਾਵਨਾ, ਇੱਛਾ ਪ੍ਰਗਟ ਕੀਤੀ ਹੈ। ਦੋ ਸ਼ਬਦਾਂ ਦੀ ਵਰਤੋਂ ਕੀਤੀ ਹੈ ਮੈਂ, ਇੱਛਾ ਤੇ ਸੰਭਾਵਨਾ। ਹੁਣ ਇਸ ਵਾਕ ਦੇ ਵਿੱਚ ਇੱਛਾ ਹੈ ਜੀ, ਹੈ ਸੰਭਾਵੀ ਭਵਿੱਖਤ ਕਾਲ ਹੈ, ਇੱਛਾ ਵੀ ਹੋ ਸਕਦੀ ਹੈ, ਸੰਭਾਵਨਾ ਵੀ। ਰੱਬ ਕਰੇ ਉਹ ਪੜ੍ਹਾਈ ਨਾਲ ਜੁੜਿਆ ਰਹੇ। ਸੋ ਇਹ ਵੀ ਇੱਕ ਸੰਭਾਵਨਾ ਹੀ ਹੈ, ਇੱਕ ਤਰ੍ਹਾਂ ਦੀ ਹੈ, ਇੱਛਾ ਜਤਾਈ ਹੈ, ਪਰ ਸੰਭਾਵਨਾ ਹੈ ਵੀ ਪੜ੍ਹਾਈ ਨਾਲ ਜੁੜਿਆ ਰਹੂਗਾ ਕਿ ਨਹੀਂ ਰਹੂਗਾ। ਇਸ ਗੱਲ ਦੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੇਪਰ ਪਾਸ ਕਰੋ। ਉਹਨਾਂ ਦੇ ਅੱਜ ਇੱਥੇ ਆਉਣ ਦੀ ਸੰਭਾਵਨਾ ਹੈ। ਇਹਦੇ ਵਾਕ ਦੇ ਵਿੱਚ ਦੇਖ ਲਓ, ਇਸ ਤਰ੍ਹਾਂ ਦਾ ਪ੍ਰਸ਼ਨ ਬੜਾ ਪੁੱਛਿਆ ਜਾਂਦਾ। ਆਹ ਤਾਂ ਬਹੁਤ ਇੰਪੋਰਟੈਂਟ, ਆਹ ਤਾਂ ਲਿਖ ਕੇ ਲੈ ਲਓ, ਇੱਥੇ ਤਾਂ ਸਟਾਰ ਲਾ ਦਿਓ ਭਾਵੇਂ ਐਵੇਂ ਕਰਕੇ। ਇਸ ਵਾਕ 'ਤੇ ਤਾਂ ਆਹ ਜਿਹੜਾ ਵਾਕ ਆ ਪੁੱਛਿਆ ਜਾਂਦਾ ਹੁੰਦਾ, ਅਤੇ ਬਹੁਤ ਸਾਰੇ ਵਿਦਿਆਰਥੀ ਇਹਨੂੰ ਵਰਤਮਾਨ ਕਾਲ ਕਰਕੇ ਆ ਜਾਂਦੇ। ਸਭ ਤੋਂ ਪਹਿਲਾਂ ਤਾਂ ਇਹੀ ਧਿਆਨ ਰੱਖਿਓ ਵੀ ਆਹ ਜਿਹੜੇ ਸੰਭਾਵਨਾ ਸ਼ਬਦ ਹੈ ਜਿਹੜਾ, ਇਹਦਾ ਸੰਬੰਧ ਭਵਿੱਖਤ ਕਾਲ ਦੇ ਨਾਲ ਹੈ। ਬਸ ਇੰਨਾ ਕੁ ਰੱਖਿਓ ਖਿਆਲ ਬੇਟਾ ਜੀ। ਹੁਕਮੀ ਭਵਿੱਖਤ ਕਾਲ। ਲਓ ਜੀ, ਹੁਣ ਹੁਕਮ ਵੀ ਕਰਨਾ। ਹੁਕਮ ਦੇ ਵਿੱਚ ਦੇਖ ਲਓ, ਹੁਕਮੀ ਭਵਿੱਖਤ ਕਾਲ ਸ਼ਬਦ 'ਤੇ ਐ ਨਾ ਹੋਵੇ ਵੀ ਇਕੱਲਾ ਹੁਕਮ ਹੀ ਹੋਊਗਾ, ਆਗਿਆ ਵੀ ਹੋ ਸਕਦੀ ਹੈ, ਬੇਨਤੀ ਵੀ ਹੋ ਸਕਦੀ ਹੈ। ਕਿਰਿਆ ਦੇ ਜਿਸ ਰੂਪ ਤੋਂ ਆਉਣ ਵਾਲੇ ਸਮੇਂ ਵਿੱਚ ਕੰਮ ਕਰਨ ਲਈ ਹੁਕਮ, ਆਗਿਆ ਜਾਂ ਬੇਨਤੀ ਕੀਤੀ ਜਾਵੇ। ਤੂੰ ਕੱਲ੍ਹ ਗੰਗਾ ਨਗਰ ਜਾਵੀਂ,
ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕੱਲ ਸ਼ਬਦ ਤੋਂ, ਕੱਲ ਸ਼ਬਦ ਦੇ ਦੋ ਅਰਥ ਹੈ ਜੀ, ਇੱਕ ਤਾਂ ਬੀਤ ਚੁੱਕਿਆ ਸਮਾਂ, ਇੱਕ ਆਉਣ ਵਾਲਾ ਸਮਾਂ। ਇੱਕ ਬੀਤਿਆ ਹੋਇਆ ਜਿਹੜਾ ਕੱਲ, ਇੱਕ ਆਉਣ ਵਾਲਾ। ਟੁਮਾਰੋ ਯੈਸਟਰਡੇ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਯੈਸਟਰਡੇ ਜਿਹੜਾ ਬੀਤ ਚੁੱਕਿਆ, ਟੁਮਾਰੋ ਜਿਹੜਾ ਆਉਣ ਵਾਲਾ। ਹਾਂਜੀ, ਤੂੰ ਕੱਲ ਗੰਗਾ ਨਗਰ ਜਾਵੀਂ, ਛੇਤੀ ਹਸਪਤਾਲ ਜਾ, ਕਿਰਪਾ ਕਰਕੇ ਲੜਾਈ ਨਾ ਕਰਿਓ, ਮੇਰਾ ਸੁਨੇਹਾ ਪਹੁੰਚਾ ਦੇਵੀਂ। ਹੁਣ ਇਹ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਵਾਕਾਂ ਦੇ ਵਿੱਚ ਹੁਕਮ, ਆਗਿਆ ਅਤੇ ਬੇਨਤੀ ਹੈ, ਪਰ ਇਹ ਵਾਕ ਹੈ ਜਿਹੜੇ ਇਹ ਸਾਡੇ ਭਵਿੱਖਤ ਕਾਲ ਦੇ ਨਾਲ ਸੰਬੰਧਿਤ ਹੈ। ਮਤਲਬ ਜਾਣ ਦੀ, ਗੰਗਾ ਨਗਰ ਜਾਣ ਦੀ ਕਿਰਿਆ, ਗੰਗਾ ਨਗਰ ਜਾਣ ਦੀ, ਹਸਪਤਾਲ ਜਾਣ ਦੀ, ਲੜਾਈ ਨਾ ਕਰਨ ਦੀ, ਸੁਨੇਹਾ ਪਹੁੰਚਾਉਣ ਦੀ ਜਿਹੜੀ ਕਿਰਿਆ ਹੋਵੇਗੀ ਉਹ ਭਵਿੱਖ ਦੇ ਵਿੱਚ ਹੋਵੇਗੀ, ਭਵਿੱਖ ਦੇ ਵਿੱਚ ਹੋਵੇਗੀ। ਪਰ ਹੋਵੇਗੀ ਕਿਵੇਂ? ਭਵਿੱਖ ਦੇ ਵਿੱਚ ਜਾਂ ਤਾਂ ਹੁਕਮ ਕੀਤਾ ਜਾਊਗਾ, ਜਾਂ ਆਗਿਆ ਦਿੱਤੀ ਜਾਊਗੀ, ਜਾਂ ਬੇਨਤੀ ਕੀਤੀ ਜਾਵੇਗੀ। ਸੋ ਇਹ ਆ ਸਾਡੇ ਜਿਹੜੇ ਇਹ ਕਾਲ ਦਾ, ਤੁਸੀਂ ਇਹ ਧਿਆਨ ਰੱਖਣਾ ਬੇਟਾ ਜੀ। ਕਾਰ ਸੰਬੰਧੀ ਜਿਹੜੇ ਪ੍ਰਸ਼ਨ ਆ ਉਹ ਨਾਲ ਨਾਲ ਮੈਂ ਤੁਹਾਨੂੰ ਮਤਲਬ ਕੁਝ ਗੱਲਾਂ ਕਲੀਅਰ ਕੀਤੀਆਂ ਵੀ ਜਿਹੜਾ ਐਗਜ਼ਾਮੀਨਰ ਆ ਉਹ ਕਿਸ ਤਰ੍ਹਾਂ ਦੇ ਪ੍ਰਸ਼ਨ ਜ਼ਿਆਦਾ ਪੁੱਛ ਸਕਦਾ ਹੈ। ਇਹ ਆਪਣੀ ਗੱਲ ਹੁਣ ਜ਼ਰੂਰ ਕਲੀਅਰ ਹੋਊਗੀ। ਆਪਾਂ ਅਗਲੇ ਜਿਹੜਾ ਟੌਪਿਕ ਲੈ ਕੇ ਜਲਦੀ ਮਿਲਦੇ ਹਾਂ। ਅਰਥ ਸੰਬੰਧਾਂ ਦੇ ਆਧਾਰ 'ਤੇ ਆਪਾਂ ਜਿਹੜੇ 4 ਪੜ੍ਹਨੇ ਸੀਗੇ, ਸਾਡਾ ਜਿਹੜੇ ਆਪਾਂ ਪੜ੍ਹਨੇ ਸੀਗੇ ਲਿੰਗ, ਵਚਨ, ਕਾਰਕ ਅਤੇ ਕਾਲ, ਉਹ ਆਪਾਂ ਪੜ੍ਹ ਚੁੱਕੇ ਹਾਂ। ਜਲਦੀ ਅਗਲੀ ਜਮਾਤ ਦੇ ਵਿੱਚ ਮਿਲਦੇ ਹਾਂ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।